हाँ जी बेटे। सो इंडेफिनेट ਦੀਆਂ ਟਾਈਪਸ ਤੇ ਆਲਮੋਸਟ ਅਸੀਂ ਮੁਕਾਤੀਆਂ। ਠੀਕ ਹੈ, ਹੁਣ ਇੱਦਾਂ ਕਰਦੇ ਹਾਂ, ਮਿਸਲੀਨੀਅਸ ਕੁਐਸਚਨ ਇਹਦੇ ਟਰਾਈ ਕਰਦੇ ਹਾਂ, ਜਿੰਨਾ ਇੱਕ ਤੇ ਸਾਰੇ ਚੈਪਟਰ ਦੀ ਰਿਵੀਜ਼ਨ ਹੋ ਜਾਊਗੀ, ਪਲੱਸ ਜੇ ਕੋਈ ਇੱਕ ਅੱਧੀ ਟਾਈਪ ਹੋਈ ਵਿੱਚ ਹੋ ਰਿਹਾ ਤੇ ਉਹ ਨਾਲ ਦੀ ਨਾਲ ਮੈਂ ਪ੍ਰੋਬਲਮ ਦੇ ਵਿੱਚ ਹੀ ਡਿਸਕਸ ਕਰ ਲਵਾਂਗਾ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ ਸਬਸਟੀਟਿਊਸ਼ਨ ਤੋਂ ਹੀ। ਠੀਕ ਹੈ, ਕਿਉਂਕਿ ਚੈਪਟਰ ਦੀ ਸਟਾਰਟਿੰਗ ਵੀ ਇੱਥੋਂ ਕੀਤੀ ਸੀ ਕਿ ਸਭ ਤੋਂ ਪਹਿਲਾਂ ਤੁਹਾਨੂੰ ਸਟੈਂਡਰਡ ਫਾਰਮੂਲੇ ਪਤਾ ਹੋਣੇ ਚਾਹੀਦੇ ਆ। ਠੀਕ ਹੈ, ਆਈ ਗੈਸ ਹੁਣ ਤੱਕ ਤੇ ਉਹ ਯਾਦ ਹੋ ਜਾਣੇ ਚਾਹੀਦੇ ਆ। ਉਹਦੇ ਬਾਅਦ ਫਿਰ ਮੇਜਰ ਮੈਥਡ ਆਇਆ ਸੀ ਸਬਸਟੀਟਿਊਸ਼ਨ ਦਾ। ਸਬਸਟੀਟਿਊਸ਼ਨ 'ਚ ਅਸੀਂ ਕੀ ਵੇਖਦੇ ਹਾਂ ਕਿ ਫੰਕਸ਼ਨ ਲੱਭੀਏ ਅਤੇ ਉੱਪਰ ਉਹਦੀ ਡਿਫਰੈਂਸੀਏਸ਼ਨ ਪਈ ਹੋਵੇ। ਸੋ ਲਾਈਕ ਹੁਣ ਇਸ ਕੁਐਸਚਨ 'ਚ ਵੇਖਦੇ ਹਾਂ, ਕਲੀਅਰ ਦੀ ਐਫ ਦੀ ਫਾਰਮ 'ਚ ਫੰਕਸ਼ਨ ਦਿੱਤਾ ਹੈ। ਫੰਕਸ਼ਨ ਐਕਚੁਅਲੀ ਕੋਈ ਦਿੱਤਾ ਨਹੀਂ ਹੈ ਸਾਨੂੰ, ਸਾਈਨ ਕੋਸ ਇੱਕ ਅਨਨੋਨ ਫੰਕਸ਼ਨ ਐਫ ਐਕਸ ਦੀ ਟਰਮ 'ਚ ਦੇ ਦਿੱਤਾ ਹੈ, ਔਰ ਡੈਸ਼ ਮੀਨਿੰਗ ਉਹਦਾ ਡੈਰੀਵੇਟਿਵ ਹੈ। ਸੋ ਇੱਥੇ ਹੁਣ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਉਹਦਾ ਫੰਕਸ਼ਨ ਦੀ ਡਿਫਰੈਂਸੀਏਸ਼ਨ ਤਾਂ ਨਹੀਂ ਪਈ, ਅਤੇ ਨਾਲ ਹੀ ਕਿੱਦਾਂ ਇਹ ਸਟੈਂਡਰਡ 'ਚ ਰਿਡਿਊਸ ਹੋਊਗਾ। ਹੁਣ ਇਫ ਯੂ ਲੁੱਕ, ਸਾਨੂੰ ਪਤਾ ਕਿ ਅੰਡਰ ਰੂਟ ਆਫ ਏ ਸਕੁਆਇਰ ਮਾਈਨਸ ਐਕਸ ਸਕੁਆਇਰ, ਇਹਦੀ ਇੰਟੀਗ੍ਰੇਸ਼ਨ ਸਾਨੂੰ ਪਤਾ ਹੈ। ਅੰਡਰ ਰੂਟ ਆਫ ਏ ਸਕੁਆਇਰ ਮਾਈਨਸ ਐਕਸ ਸਕੁਆਇਰ ਦੀ ਹੁੰਦੀ ਪੁੱਤਰ ਸਾਈਨ ਇਨਵਰਸ ਐਕਸ ਬਾਈ। ਸੋ ਅਗਰ ਇੱਥੇ ਐਕਸ ਸਕੁਆਇਰ ਹੋ ਜਾਵੇ ਤਾਂ ਚੱਲ ਜਾਊਗਾ। ਇੱਥੇ ਕਿੰਨਾ ਹੈ ਬੇਟੇ? ਐਫ ਐਕਸ ਦੀ ਪਾਵਰ 4, ਅਤੇ ਇਹਨੂੰ ਅਗਰ ਅਸੀਂ ਇੱਦਾਂ ਲਿਖ ਲਈਏ, ਐਫ ਐਕਸ ਦੇ ਸਕੁਆਇਰ ਦਾ ਹੋਲ ਸਕੁਆਇਰ, ਔਰ ਅਗਰ ਮੈਂ ਇਹਨੂੰ ਟੀ ਪੁੱਟ ਕਰਦਾ ਐਂਡ ਕਲੀਅਰਲੀ ਆ ਇਹਦੀ ਡਿਫਰੈਂਸੀਏਸ਼ਨ ਨਜ਼ਰ ਆਉਂਦੀ ਹੈ। ਸੋ ਇਹਨੂੰ ਅਗਰ ਮੈਂ ਟੀ ਸਬਸਟੀਚਿਊਟ ਕਰਾਂ, ਟੀ ਇਕੁਅਲ ਟੂ ਐਫ ਐਕਸ ਦਾ ਸਕੁਆਇਰ। ਹੁਣ ਇਹਦੀ ਡਿਫਰੈਂਸੀਏਸ਼ਨ ਕਿਹਦੇ ਨਾਲ ਕਰੀਏ ਬੇਟੇ? ਚੇਨ ਰੂਲ ਦੇ ਨਾਲ। ਠੀਕ ਹੈ, ਚੇਨ ਰੂਲ ਕੀ ਕਹਿੰਦਾ ਕਿ ਅਗਰ ਐਕਸ ਦੀ ਬਜਾਏ ਕੋਈ ਹੋਰ ਫੰਕਸ਼ਨ ਆ, ਇੱਥੇ ਹੁਣ ਐਕਸ ਮੰਨ ਲਓ, ਤੈਨੂੰ ਐਕਸ ਮੰਨ ਕੇ ਹੀ ਡਿਫਰੈਂਸ਼ੀਏਟ ਕਰ ਦਈਏ। ਸੋ ਜਿਹਨੂੰ ਤੁਸੀਂ ਐਕਸ ਸਪੋਜ਼ ਕਰਦੇ ਹੋ, ਨਾਲ ਉਹਦੀ ਡਿਫਰੈਂਸੀਏਸ਼ਨ ਨਾਲ ਮਲਟੀਪਲਾਈ ਕਰ ਦਿਓ। ਸੋ ਡੀ ਟੀ ਬਾਈ ਡੀ ਐਕਸ ਟੂ, ਇਹਨੂੰ ਐਕਸ ਸਪੋਜ਼ ਕਰ ਲਿਆ ਬੇਟੇ, ਟੂ ਐਫ ਐਕਸ ਇੰਟੂ ਇਹਦੀ ਹੋਈ ਡਿਫਰੈਂਸੀਏਸ਼ਨ ਦੈਟ ਇਜ਼ ਐਫ ਡੈਸ਼ ਐਕਸ। ਠੀਕ ਹੈ, ਸੋ ਆਈ ਗੈਸ ਇਹ 'ਚ ਕੋਈ ਪ੍ਰੋਬਲਮ ਨਹੀਂ ਹੈ। ਹੁਣ ਆ ਡੀ ਐਕਸ ਤੁਸੀਂ ਇੱਧਰ ਲੈ ਜਾਓ, ਜਾਂ ਸਿੱਧਾ ਡਿਫਰੈਂਸ਼ੀਅਲ ਫਾਰਮ 'ਚ ਲਿਖ ਲਓ। ਹੁਣ ਐਫ ਐਕਸ, ਐਫ ਡੈਸ਼ ਐਕਸ ਅਤੇ ਡੀ ਐਕਸ, ਆਹ ਤੁਹਾਡੇ ਕੋਲ ਵੈਲਿਊ ਜਿਹੜੀ ਆ, ਇਹਦੀ ਵੈਲਿਊ ਆ ਗਈ ਬੇਟੇ ਡੀ ਟੀ ਡਿਵਾਈਡ ਬਾਏ 2। ਸੋ ਇਹਦਾ ਪੂਰੇ ਦੇ ਪੂਰੇ ਦਾ ਇੱਥੋਂ ਲੈ ਕੇ ਇੱਥੋਂ ਤੱਕ ਇਹਦਾ ਆਨਸਰ ਆ ਗਿਆ ਡੀ ਟੀ ਬਾਈ 2। ਠੀਕ ਹੈ, ਡਿਵਾਈਡ ਬਾਏ ਅੰਡਰ ਰੂਟ ਆਫ 1 ਮਾਈਨਸ ਟੀ ਸਕੁਆਇਰ। ਠੀਕ ਹੈ, ਸੋ ਦੈਟਸ ਇਟ। ਹੁਣ ਅੰਡਰ ਰੂਟ ਆਫ 1 ਮਾਈਨਸ ਟੀ ਸਕੁਆਇਰ ਪੁੱਤਰ ਇਹਦੀ ਸਟੈਂਡਰਡ ਫਾਰਮੂਲਾ ਹੈ, ਦੈਟ ਇਜ਼ ਇਕੁਅਲ ਟੂ ਸਾਈਨ ਇਨਵਰਸ ਟੀ। ਠੀਕ ਹੈ, ਪਲੱਸ ਸੀ, ਸੋ ਦੈਟ ਇਜ਼ ਹਾਫ ਸਾਈਨ ਇਨਵਰਸ ਟੀ। ਟੀ ਕਿੰਨਾ ਬੇਟੇ? ਐਫ ਐਕਸ ਦਾ ਸਕੁਆਇਰ। ਆ ਪਹਿਲੇ ਦਾ ਆਨਸਰ ਹੈ। ਠੀਕ ਹੈ, ਸੋ ਇੱਥੇ ਜ਼ਰੂਰੀ ਨਹੀਂ ਇੱਥੇ ਸਕੁਆਇਰ, ਪਾਵਰ ਕੋਈ ਵੀ ਹੋਵੇ, ਉੱਪਰ ਕੋਰਸਪੋਂਡਿੰਗਲੀ ਦੇਖ ਲਓ। ਹਮੇਸ਼ਾ ਦਿਮਾਗ 'ਚ ਰੱਖੋ ਕਿ ਸਟੈਂਡਰਡ ਰਿਡਿਊਸ ਕਿਚ ਹੋਏਗਾ। ਸਾਨੂੰ ਪਤਾ 1 ਮਾਈਨਸ ਐਕਸ ਸਕੁਆਇਰ ਦੀ ਇੰਟੀਗ੍ਰੇਸ਼ਨ ਪਤਾ ਹੈ। ਠੀਕ ਹੈ, ਸੋ ਇਹਦਾ ਮਤਲਬ ਅਗਰ ਮੈਂ ਸਕੁਆਇਰ ਦਾ ਸਕੁਆਇਰ ਕਰਾਂ, ਲੈਟਸ ਸੀ ਕਿ ਇਹਦੀ ਡਿਫਰੈਂਸੀਏਸ਼ਨ ਤਾਂ ਨਹੀਂ ਹੈ। ਠੀਕ ਹੈ, ਔਰ ਸਿਮਿਲਰ ਲੌਜਿਕ 'ਤੇ ਹੀ ਬੇਟੇ ਆ ਕੁਐਸਚਨ ਲਾਸਟ ਵੀ ਲਿਖਿਆ, ਇਹਦੇ 'ਚ ਵੀ ਪਾਵਰ 4 ਆ, ਹੈ ਨਾ, ਨਾਲ ਦੀ ਨਾਲ ਮੈਂ ਆ ਵੀ ਕਰ ਦਿੰਦਾ। ਹੁਣ ਇੱਥੇ ਅਗਰ ਮੈਂ ਇਹਨੂੰ 4 ਨੂੰ ਲਿਖਦਾ ਸਕੁਆਇਰ ਦਾ ਸਕੁਆਇਰ, ਐਂਡ ਇਫ ਆਈ ਸੀ, ਅਗਰ ਮੈਂ ਚੈੱਕ ਕਰਾਂ ਇਹਦੀ ਡਿਫਰੈਂਸੀਏਸ਼ਨ, ਕਾਸ ਸਕੁਆਇਰ ਐਕਸ ਦੀ ਡਿਫਰੈਂਸੀਏਸ਼ਨ ਹਾਂਜੀ ਕਿੰਨੀ ਹੋਏਗੀ? 2 ਅੱਗੇ ਪਾਵਰ ਫਾਰਮੂਲੇ ਦੇ ਹਿਸਾਬ ਨਾਲ 2 ਕਾਸ ਇੰਟੂ ਮਾਈਨਸ ਸਾਈਨ। ਸੋ ਕਾਸ ਇੰਟੂ ਸਾਈਨ ਉੱਪਰ ਸੌਟ ਆਫ ਸਾਡੇ ਕੋਲ ਡਿਫਰੈਂਸੀਏਸ਼ਨ ਪਈ ਹੈ। ਸੋ ਇਹਦੇ 'ਚ ਵੀ ਆਪਾਂ ਕਾਸ ਸਕੁਆਇਰ 2x ਨੂੰ ਟੀ ਪੁੱਟ ਕਰ ਦਾਂਗੇ। ਚਲੋ ਇਹਨੂੰ ਸੋਲਵ ਕਰਦੇ ਹਾਂ। ਸੋ ਕਾਸ ਸਕੁਆਇਰ 2x ਨੂੰ ਟੀ ਪੁੱਟ ਕਰ ਲਿਆ। ਹਾਂਜੀ, ਡਿਫਰੈਂਸ਼ੀਏਟ ਕਰੋ। ਸੋ ਡੀ ਟੀ ਇਕੁਅਲਸ ਟੂ ਹਾਂਜੀ 2 ਕਾਸ ਆਫ 2x, ਇਹਦੇ ਹਾਂਜੀ ਡਿਫਰੈਂਸ਼ੀਏਸ਼ਨ ਹਾਂਜੀ ਮਾਈਨਸ ਸਾਈਨ ਆਫ 2x। ਹਾਂਜੀ ਇੰਨਾ ਕਾਫੀ ਹੈ, ਕੁਛ ਹੋਰ ਵੀ ਐਕਸ ਨਹੀਂ ਹੈ, ਇੰਟੂ ਇਹਦੀ ਡਿਫਰੈਂਸ਼ੀਏਸ਼ਨ ਨਾਲ ਕਰਾਂਗੇ, ਦੈਟ ਇਜ਼ ਇੰਟੂ 2। ਸੋ ਇਹ ਬੇਟੇ ਆ ਗਿਆ -2 ਅਤੇ 2 4 ਆ ਜਾਊਗਾ। ਠੀਕ ਹੈ, ਇੰਟੂ ਡੀ ਐਕਸ। ਸੋ ਸਾਨੂੰ ਕੀ ਕੁਛ ਚਾਹੀਦਾ ਬੇਟੇ? ਸਾਈਨ ਕਾਸ ਅਤੇ ਡੀ ਐਕਸ, ਅਤੇ ਇਹਦਾ ਮਤਲਬ ਬਾਕੀ ਆ ਤਿੰਨੋਂ ਹੀ ਨੰਬਰ ਅਸੀਂ ਇੱਧਰ ਲੈ ਜਾਈਏ। ਸੋ ਡੀ ਟੀ ਬਾਈ -4 ਇਜ਼ ਹਾਂਜੀ ਕਾਸ 2x ਸਾਈਨ 2x ਅਤੇ ਡੀ ਐਕਸ। ਆ ਵੈਲਿਊ ਡੀ ਟੀ ਦੀ ਇੱਥੇ ਸਬਸਟੀਟਿਊਟ ਕਰ ਦਿਓ। ਸੋ ਇਹ ਵੀ ਪੁੱਤਰ ਸਟੈਂਡਰਡ ਜਿਹਾ ਸਵਾਲ ਬਣ ਗਿਆ। ਦਿਸ ਗੋਜ਼ ਐਜ਼ ਡੀ ਟੀ ਡਿਵਾਈਡ ਬਾਈ -4 ਅੰਡਰ ਰੂਟ ਆਫ ਹਾਂਜੀ 9 ਮਾਈਨਸ ਟੀ ਸਕੁਆਇਰ। 9 ਕਿੰਨਾ ਹੋ ਗਿਆ ਬੇਟੇ? 3 ਸਕੁਆਇਰ ਮਾਈਨਸ ਟੀ ਸਕੁਆਇਰ। ਸੋ -1/4 ਹਾਂਜੀ ਕਿਹੜਾ ਫਾਰਮੂਲਾ ਹੈ?
1 ਬਾਈ a square minus x square sin inverse x by a, so that is sin inverse ਇੱਥੇ ਵੇਰੀਏਬਲ t ਹੈ, t by a ਬੇਟੇ 3 plus c, ਠੀਕ ਹੈ। ਸੋ -1/4 sin inverse t ਕਿੰਨਾ ਲਿਆ ਬੇਟੇ cos square 2x divide by 3 plus c, ਠੀਕ ਹੈ। ਆਨਸਰ ਹੈ ਤੁਹਾਡਾ, ਠੀਕ ਹੈ। ਆਈ ਹੋਪ ਕਲੀਅਰ ਹੈ। ਸੋ ਹਮੇਸ਼ਾ ਦੇਖੋ ਡਿਫਰੈਂਸੀਏਸ਼ਨ ਤਾਂ ਨਹੀਂ ਪੋਸੀਬਲ ਕਿਉਂਕਿ ਹੁਣ ਤੁਸੀਂ ਸਾਰਾ ਚੈਪਟਰ ਪੜ੍ਹ ਲਿਆ, ਸੋ ਤੁਹਾਨੂੰ ਕਲੀਅਰ ਆਈਡੀਆ ਕਿ ਨਹੀਂ ਯਾਰ ਕੋਈ ਸਟੈਂਡਰਡ ਫਾਰਮ ਇਹੋ ਜਿਹੀ ਤਾਂ ਨਹੀਂ ਹੈ। ਸੋ ਇਨਫੈਕਟ ਸਟੈਂਡਰਡ ਫਾਰਮੂਲੇ ਜਾਂ ਕਿਸੇ ਸਟੈਂਡਰਡ ਫਾਰਮ ਦੇ ਬਾਅਦ ਪਹਿਲੀ ਚੀਜ਼ ਚੈੱਕ ਕਰਨੀ ਬਣਦੀ ਹੈ ਹਮੇਸ਼ਾ ਡਿਫਰੈਂਸੀਏਸ਼ਨ, ਠੀਕ ਹੈ। ਕਿਤੇ ਡੈਰੀਵੇਟਿਵ ਤਾਂ ਨਹੀਂ ਪਿਆ ਫੰਕਸ਼ਨ ਦਾ, ਡੈਰੀਵੇਟਿਵ ਪਿਆ ਤੇ ਉਹਨੂੰ ਟੀ ਪੁੱਟ ਕਰੋ ਤੇ ਨਾਲ ਉਹਨੂੰ ਕੁਐਸਚਨ ਨੂੰ ਸਿੰਪਲੀਫਾਈ ਕਰ ਲਓ, ਠੀਕ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਹੁਣ ਇਹ ਤੁਹਾਨੂੰ ਤੁਸੀਂ ਇਹ ਅਗੇਨ ਈਜ਼ੀਲੀ ਆਈਡੈਂਟੀਫਾਈ ਕਰ ਸਕਦੇ ਹੋ, ਇਹ 'ਚ ਤਾਂ ਕੁਝ ਜ਼ਿਆਦਾ ਲਿਖਿਆ ਹੀ ਨਹੀਂ ਹੈ, ਸਿੱਧਾ ਇੱਕ ਫੰਕਸ਼ਨ f ਤੇ ਉਹਦਾ ਡੈਰੀਵੇਟਿਵ, ਠੀਕ ਹੈ। ਫੰਕਸ਼ਨ ਤੇ ਉਹਦੀ ਡਿਫਰੈਂਸੀਏਸ਼ਨ, ਸੋ ਇਹਦਾ ਮਤਲਬ ਅਗਰ ਮੈਂ ਇਹਨੂੰ t ਸਬਸਟੀਟਿਊਟ ਕਰਦਾ ਤੇ ਆ ਉਹਦਾ ਡੈਰੀਵੇਟਿਵ, ਠੀਕ ਹੈ। ਸੋ ਅਗਰ ਇੱਥੇ f ਆਫ ax plus b ਨੂੰ t ਪੁੱਟ ਕਰੀਏ, ਓਕੇ। ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਦਾ ਕਿ ਜਿੱਦਾਂ ਚੇਨ ਰੂਲ ਦੇ ਅੰਦਰ f ਆਫ gx ਅਗਰ ਹੁੰਦਾ ਸੀ, ਸੋ ਲਾਈਕ ਇਹਨੂੰ ਤੁਸੀਂ x ਹੀ ਸਪੋਜ਼ ਕਰਦੇ ਸੀ, ਠੀਕ ਹੈ, x ਹੀ ਮੰਨ ਲੈਂਦੇ ਸੀ। ਇਹਦੀ ਡਿਫਰੈਂਸੀਏਸ਼ਨ ਅਗਰ ਕਰਦੇ ਸੀ, ਅਗਰ y ਡੈਸ਼ ਕਰਨਾ ਸੀ ਤਾਂ ਕੀ ਲਿਖਦੇ ਸੀ, ਇਹਨੂੰ x ਹੀ ਮੰਨਿਆ, f ਡੈਸ਼ ਜੋ ਵੀ ਹੈ ਇੱਦਾਂ ਹੀ ਲਿਖ ਲਿਆ, ਇਨਟੂ ਬਾਅਦ ਦੇ ਅੰਦਰ ਜਿਹੜਾ ਫੰਕਸ਼ਨ ਕੰਪੋਜ਼ਿਟ ਹੁੰਦਾ ਉਹਦੀ ਤੁਸੀਂ ਡਿਫਰੈਂਸੀਏਸ਼ਨ ਦੇ ਨਾਲ ਮਲਟੀਪਲਾਈ ਕਰ ਦਿਓ, ਠੀਕ ਹੈ। ਸੋ ਇੱਥੇ ਲਿਖ ਦਿਓ g ਡੈਸ਼ x। ਸੋ f ਆਫ gx ਦੀ ਡਿਫਰੈਂਸੀਏਸ਼ਨ ਅਗੇਨ ਅਸਿਊਮਿੰਗ ਇਟ ਟੂ ਬੀ x, ਪਹਿਲਾਂ f ਨੂੰ ਡਿਫਰੈਂਸ਼ੀਏਟ ਕਰਤਾ ਔਰ ਜਿਹੜਾ ਫੰਕਸ਼ਨ ਅੰਦਰ ਹੈ ਫਿਰ ਉਹਦੀ ਡਿਫਰੈਂਸੀਏਸ਼ਨ ਦੇ ਨਾਲ ਮਲਟੀਪਲਾਈ ਕਰ ਦਿਓ। ਸੋ ਇਹ ਤਰੀਕਾ ਹੈ ਚੇਨ ਰੂਲ ਨੂੰ ਚੇਨ ਰੂਲ ਕੰਪੋਜ਼ਿਟ ਫੰਕਸ਼ਨ 'ਚ ਲਾਉਣ ਦਾ, ਠੀਕ ਹੈ। ਸੋ ਇੱਦਾਂ ਹੀ ਇਹਦੇ ਅੰਦਰ ਹੁਣ f ਆਫ ਦਿਸ ਆ ਫੰਕਸ਼ਨ ਅੰਦਰ g ਹੈ, ਸੋ ਇਹਦੀ ਡਿਫਰੈਂਸੀਏਸ਼ਨ ਜਦ ਕਰਾਂਗੇ ਸੋ ਕਿੰਨਾ ਆਏਗਾ, f ਡੈਸ਼ ਆ g ਹੈ ਪੁੱਤਰ ax plus b ਇਨਟੂ ਇਹਦੀ ਡਿਫਰੈਂਸੀਏਸ਼ਨ। ਹੁਣ ਇਹ ਇੱਕ ਲੀਨੀਅਰ ਹੈ, ax plus b ਦੀ ਡਿਫਰੈਂਸੀਏਸ਼ਨ ਕਿੰਨੀ ਹੋਊਗੀ ਬੇਟੇ, a ਹੋ ਜਾਣੀ ਹੈ, b ਦੀ 0 ਇਨਟੂ dx, ਦੈਟਸ ਇਟ। ਸੋ ਆਪਾਂ ਨੂੰ ਕਿਹਦੀ ਵੈਲਿਊ ਚਾਹੀਦੀ ਹੈ, f ਡੈਸ਼ ax plus b ਤੇ dx, ਤੇ ਆ a ਨੂੰ ਨੀਚੇ ਲੈ ਜਾਓ। ਸੋ dt ਡਿਵਾਈਡ ਬਾਈ a ਇਜ਼ ਇਕੁਅਲ ਟੂ f ਡੈਸ਼ ax plus b ਐਂਡ dx, ਮਤਲਬ ਡਾਇਰੈਕਟ ਡਿਫਰੈਂਸੀਏਸ਼ਨ ਪਈ ਹੈ। ਸੋ ਇਸ ਚੀਜ਼ ਦਾ ਖਿਆਲ ਰੱਖਣਾ ਹੈ, ਅਗਰ f ਆਫ g ਅੰਦਰ ਕੋਈ ਫੰਕਸ਼ਨ f ਦੇ ਅੰਦਰ ਹੈ ਤੇ ਉਹਦੀ ਚੇਨ ਰੂਲ ਦੇ ਨਾਲ ਤੁਸੀਂ ਡਿਫਰੈਂਸੀਏਸ਼ਨ ਨਾਲ ਮਲਟੀਪਲਾਈ ਜ਼ਰੂਰ ਕਰਨਾ ਹੈ। ਮੰਨ ਲਓ ਇਹੋ ਜਿਹੇ ਸਵਾਲ 'ਚ ਮੈਂ ਕੁਛ ਇਹੋ ਜਿਹਾ ਪਤਾ f ਆਫ ਸਾਈਨ x ਤੇ ਇਹਦੀ ਡਿਫਰੈਂਸੀਏਸ਼ਨ ਕਿੰਨੀ ਹੋਏਗੀ, f ਡੈਸ਼ sin x into differentiation of sin x that is cos x, ठीक है। सो अगर अननोन फंक्शन f ਦੀ टर्म्स ਦਿੱਤਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਕਰ ਲਾਂਗੇ। ਹੁਣ ਆ ਤੇ ਆਈ ਗੈਸ ਸਿੱਧਾ ਹੀ ਹੈ। ਸੋ f ਡੈਸ਼ this into dx, ਆ ਵਾਲੀ ਵੈਲਿਊ ਕਿੰਨੀ ਆ ਗਈ ਪੁੱਤਰ, this value is dt by a divide by a ਬਾਹਰ ਆ ਗਿਆ ਔਰ ਇਹਨੂੰ ਕੀ ਪੁੱਟ ਕੀਤਾ t, ਸੋ ਤੁਹਾਡੇ ਕੋਲ t dt ਸਿੰਪਲੈਸਟ ਫਾਰਮ ਆ ਗਈ ਹੈ। ਸੋ ਪਾਵਰ ਫਾਰਮੂਲੇ ਦਾ ਬਹੁਤ ਬੇਸਿਕ ਕੁਐਸਚਨ, ਹਾਂਜੀ, ਦੈਟ ਇਜ਼ ਟੀ ਸਕੁਆਇਰ ਬਾਏ 2 ਪਲੱਸ ਸੀ ਤੇ ਟੀ ਦੀ ਵੈਲਿਊ ਆ ਪਾ ਦਿਓ, ਪੁੱਟ ਦਿਸ ਵੈਲਿਊ ਟੀ ਦੇਅਰ, ਤੁਹਾਡੇ ਕੋਲ ਆਨਸਰ ਆ ਗਿਆ, ਠੀਕ ਹੈ। ਸੋ ਅਗਰ ਅਨਨੋਨ ਫੰਕਸ਼ਨ ਇਹੋ ਜਿਹੇ ਹੁਣ ਐਫ ਦੀ ਟਰਮਸ ਚੈੱਕ ਆਊਟ ਡਾਇਰੈਕਟਲੀ ਡੈਰੀਵੇਟਿਵ ਕਿਤੇ ਨਾ ਕਿਤੇ ਜ਼ਰੂਰ ਪਿਆ ਹੋਊਗਾ, ਬਿਕੋਜ਼ ਇੰਟੀਗ੍ਰੇਸ਼ਨ ਵੀ ਹੋਣੀ ਹੈ, ਫੰਕਸ਼ਨ ਵੀ ਨਹੀਂ ਦਿੱਤਾ ਤੇ ਕਲੀਅਰਲੀ ਇਟ ਹੈਜ਼ ਟੂ ਬੀ ਸਮ ਆਫ ਦੀ ਸਟੈਂਡਰਡ ਫਾਰਮਸ ਜਾਂ ਸਬਸਟੀਟਿਊਟ ਕਰਨ ਦੇ ਬਾਅਦ ਕਿਤੇ ਨਾ ਕਿਤੇ ਰਿਡਿਊਸ ਹੋ ਰਿਹਾ ਹੋਏਗਾ। ਔਰ ਜੇ ਫੰਕਸ਼ਨ ਦੇ ਅੰਦਰ ਕੁਛ ਇਹੋ ਜਿਹਾ ਆਉਂਦਾ ਤੇ ਫਿਰ ਮੇਕ ਸ਼ੋਰ ਕਿ ਚੇਨ ਰੂਲ ਨਹੀਂ ਭੁੱਲਣਾ ਡਿਫਰੈਂਸੀਏਸ਼ਨ ਲਾਉਣ ਲੱਗਿਆ, ਠੀਕ ਹੈ। ਸੋ ਓਕੇ, ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਓਕੇ, ਨੈਕਸਟ ਕੁਐਸਚਨ ਤੇ ਚੱਲਦੇ ਹਾਂ ਬੇਟੇ। ਹਾਂਜੀ, ਕੁਐਸਚਨ ਟਰਾਈ ਕਰੋ ਆਇਡੈਂਟੀਫਾਈ ਕਰਨ ਦੀ ਕਿਹੜੀ ਫਾਰਮ ਬਣਦੀ ਹੈ। ਇਹ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ, ਜਦ ਵੀ ਕੋਈ ਕੁਐਸਚਨ ਦਿੱਤਾ ਜਾਂਦਾ ਯੂ ਕੈਨ ਜਸਟ ਗਿਵ ਵਨ ਟਰਾਈ ਬਿਫੋਰ ਆਈ ਟੈਲ ਯੂ ਦਾ ਸੋਲਿਊਸ਼ਨ, ਠੀਕ ਹੈ। ਸੋਲਿਊਸ਼ਨ ਦੱਸਣ ਤੋਂ ਪਹਿਲਾਂ ਇੱਕ ਵਾਰ ਤੁਸੀਂ ਪੌਜ਼ ਕਰਕੇ ਟਰਾਈ ਕਰ ਸਕਦੇ ਹੋ। ਹਾਂਜੀ, ਇਹਦੇ 'ਚ ਹੁਣ ਅਗਰ ਸੋਚਿਆ ਜਾਵੇ ਤਾਂ ਈ ਰੇਸ ਪਰ ਐਕਸ ਨਜ਼ਰ ਆਉਂਦੇ ਅਤੇ ਇੱਥੋਂ ਤੁਸੀਂ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਦੇਖੋ ਅਗਰ ਈ ਰੇਸਟ ਪਾਰ ਲੈ ਜਨਰਲ ਅਗਰ ਪਾਵਰ ਐਕਸਪੋਨੈਂਟ ਤੁਸੀਂ ਲਿਖਦੇ ਹੋ ਕਿ ਏ ਰੇਸਟ ਪਾਰ ਐਮ ਪਲਸ ਐਨ, ਠੀਕ ਹੈ। ਹਾਂਜੀ, ਕਿਹਦੇ ਬਰਾਬਰ ਹੁੰਦਾ ਹੈ, ਏ ਦੀ ਪਾਵਰ ਐਮ ਇੰਟੂ ਏ ਦੀ ਪਾਵਰ ਐਨ। ਸੋ ਅਗਰ ਬੇਸ ਸੇਮ ਹੋਵੇ ਤਾਂ ਪਾਵਰ ਐਡ ਹੋ ਜਾਂਦੀ ਹੈ, ਠੀਕ ਹੈ। ਜੇ ਐਡ ਹੋਈ ਹੈ ਤੁਸੀਂ ਉਹਨੂੰ ਸਪਲਿਟ ਕਰ ਸਕਦੇ ਹੋ। ਇੱਥੋਂ ਦੇਖਦੇ ਅਲੱਗ ਅਲੱਗ ਕਰਕੇ ਕੀ ਹੁੰਦਾ। ਸੋ ਦਿਸ ਇਜ਼ ਐਮ ਤੇ ਦਿਸ ਇਜ਼ ਐਨ, ਅਤੇ ਇਹਨੂੰ ਅਲੱਗ ਕਰੀਏ ਪੁੱਤਰ ਕਿੰਨਾ ਆ ਗਿਆ, ਈ ਦੀ ਪਾਵਰ ਈ ਐਕਸ ਇੰਟੂ ਈ ਦੀ ਪਾਵਰ ਐਕਸ ਅਤੇ ਡੀ ਐਕਸ।
ਸੋ ਹੁਣ ਥੋੜਾ ਜਿਹਾ ਬੈਟਰ ਫਾਰਮ 'ਚ ਹੈ ਕਿਉਂਕਿ ਹੁਣ ਤੇ ਇਨਫੈਕਟ ਕੁਐਸਚਨ ਡਾਇਰੈਕਟ ਹੀ ਹੋ ਗਿਆ e ਰੇਸਟ ਪਰ x ਫੰਕਸ਼ਨ ਤੇ ਉਹਦਾ ਡੈਰੀਵੇਟਿਵ। ਠੀਕ ਹੈ, ਇੱਥੋਂ ਥੋੜਾ ਜਿਹਾ ਕਈ ਵਾਰ ਬੱਚੇ ਇਹਨੂੰ ਹਾਰਡ ਫੀਲ ਕਰਦੇ ਆ ਕਿ ਇਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੈ ਨਾ, ਬਟ ਇਹਦੇ 'ਚ ਅਗਰ ਤੁਸੀਂ ਇਹਨੂੰ ਸਪਲਿਟ ਕਰ ਲਿਆ ਸੋ ਜਾਂ ਬੇਸ ਸੇਮ ਤੇ ਪਾਵਰ ਐਡ ਹੋ ਗਈ, ਮੈਂ ਸਪਲਿਟ ਕਰ ਲਿਆ, ਹੁਣ ਆਹ ਫੰਕਸ਼ਨ ਤੇ ਆ ਉਹਦਾ ਡੈਰੀਵੇਟਿਵ। ਸੋ ਦੈਟ ਇਜ਼ ਈਜ਼ੀਐਸਟ ਹੁਣ ਨਾਓ e ਰੇਸਟ ਪਰ x ਨੂੰ t ਪੁੱਟ ਕੀਤਾ, ਸੋ ਦੇਅਰਫੋਰ dt ਕਿੰਨਾ ਆ ਜਾਏਗਾ e ਦੀ ਪਾਵਰ x ਐਂਡ dx। ਸੋ ਆ ਦੀ ਬੜੀ ਡਿਫਰੈਂਸੀਏਸ਼ਨ, ਸੋ ਆ ਗਿਆ dt, ਸੋ ਆ ਗਿਆ e ਦੀ ਪਾਵਰ t। ठीक है, सो e दी पावर t ਦੀ इंटीग्रेशन e ਦੀ ਪਾਵਰ t, ਸੋ ਆਨਸਰ ਆ ਗਿਆ e ਦੀ ਪਾਵਰ t ਕਿੰਨਾ ਪੁੱਤਰ e ਰੇਸਟ ਪਰ x ਪਲਸ c, ਆਈ ਆਨਸਰ। ਠੀਕ ਹੈ, ਸੋ ਇਹ ਤੇ ਬਹੁਤ ਹਾਰਡ ਨਹੀਂ ਸੀ, ਬਟ ਅਗੇਨ ਇਹੋ ਜਿਹੀ ਥੋੜੀ ਬਹੁਤ ਕੰਬੀਨੇਸ਼ਨ ਕੋਈ ਵੀ ਹੋਵੇ ਸੋ ਕੁਐਸਚਨ ਕਰਨ ਤੋਂ ਪਹਿਲਾਂ ਡਾਇਰੈਕਟਲੀ ਥੋੜਾ ਦੇਖ ਲਓ ਕਿ ਪਾਵਰ ਐਕਸਪੋਨੈਂਟ 'ਚ ਆ ਤੇ ਉਹਨੂੰ ਸਿੰਪਲੀਫਾਈ ਹੋ ਰਿਹਾ ਕਿ ਨਹੀਂ ਹੋ ਰਿਹਾ, ਦੈਨ ਯੂ ਕੈਨ ਟਰਾਈ ਸਬਸਟੀਟਿਊਸ਼ਨ। ਠੀਕ ਹੈ, ਇਹਦੇ 'ਚ ਵੀ ਇੱਦਾਂ ਥੋੜਾ ਜਿਹਾ ਹੇਰ ਫੇਰੀ ਹੈ, ਔਰ ਤੁਸੀਂ ਖਿਆਲ ਨਾਲ ਵੇਖੋ एक्स स्क्वायर कॉस स्क्वायर, आई मीन डायरैक्टली अगर देखिए दो फैक्टर आ मिक्स फंक्शन आ, कोई भी स्टैंडर्ड फॉर्म नहीं है, डायरैक्ट भी डिफरेंसीएशन नहीं है नो, आ प्रोडक्ट आ तो इतने सम है, बट एक चीज़ इतों नज़र आ जाती है, इतने बेटे की है एक्स स्क्वायर प्लस 1। सो अगर थोड़ी जी मैनिपुलेशन करिए कि इतने एक्स स्क्वायर आ तो आ बनाने लई, सो दैट अगर इतने उपर एक्स स्क्वायर प्लस 1 हो तो डिवाइड होके आ कट्टिया जा सकता है क्योंकि आ मिक्स फंक्शन है। तो इधर मैं प्लस 1 करदा तो माइनस 1 करदा, ठीक है, कॉस स्क्वायर एक्स तो सीगा ही सीगा, इतने माइनस 1 करदा। हुण की होगा अगर मैं इन्हूं अलग अलग डिवाइड करूँगा तो एटलीस्ट एक चाह कट्टिया जाऊगा, दैन वी कैन थिंक कि की करना है। सो वट आई डिड प्लस 1 तो माइनस 1 लुकिंग इन द डिनोमीनेटर। ठीक है, और हुण की करिए दोनों च डिवाइड कर दिए, ये अलग भी ये भी अलग अलग कर लीए। सो आ भी आ गया एक्स स्क्वायर प्लस 1 तो साइन स्क्वायर एक्स, आ भी एक्स स्क्वायर प्लस 1 तो साइन स्क्वायर एक्स डी एक्स। सो आई होप ਹੁਣ ਤੁਹਾਨੂੰ ਸਮਝ ਆ ਗਿਆ ਹੋਏਗਾ ਕਿ ਆ ਤੇ ਕੱਟਿਆ ਜਾਊਗਾ, ਆ ਵੀ ਹਾਂਜੀ cos ਸਕੁਅਰ x ਮਾਈਨਸ 1 ਬੇਟੇ, ਇਹ 'ਚੋਂ ਵੀ ਅਸੀਂ ਮਾਈਨਸ ਕਾਮਨ ਕੱਢ ਲਾਂਗੇ, 1 ਮਾਈਨਸ cos ਸਕੁਅਰ x ਉਹ ਸਾइन ਸਕੁਅਰ x ਹੋ ਜਾਊਗਾ, ਉਹ ਨੀਚੇ ਸਾइन ਸਕੁਅਰ ਕੱਟਿਆ ਜਾਊਗਾ। ਸੋ ਦੋਨੋਂ ਆਪਣੇ ਕੁਐਸਚਨ ਜਿਹੜੇ ਆ ਉਹ ਸਪਲਿਟ ਹੋ ਗਏ। ਸੋ 1 ਬਾਈ ਸਾइन ਸਕੁਅਰ ਇਜ਼ ਕੋਸੀਕੈਂਟ ਸਕੁਅਰ x, ਇਧਰੋਂ ਮਾਈਨਸ ਕਾਮਨ ਕੱਢ ਲਓ। ਠੀਕ ਹੈ, ਆ ਕਿੰਨਾ ਜਾਏਗਾ 1 ਮਾਈਨਸ cos ਸਕੁਅਰ x, ਇੱਥੇ ਉਹ ਆ ਜਾਏਗਾ साइन ਸਕੁਅਰ x ਬਾਈ x ਸਕੁਅਰ ਪਲਸ 1 ਇੰਟੂ साइन स्क्वायर एक्स ते डी एक्स। सो ये बेटे आ कटिया गया। सो हुण तुहाडे कोल दो फंक्शन स्टैंडर्ड इंटीग्रेट हो गए, 1 बाय 1 प्लस एक्स स्क्वायर पुत्र टैन इनवर्स आ जाएगा, तो कोसीकेंट इनवर्स एक्स डायरैक्ट तुहाडे को, ठीक है, माइनस कॉट एक्स। सो यदि बेटे माइनस कॉट एक्स एंड यदि माइनस टैन इनवर्स एक्स प्लस सी। सो अगेन क्वेश्चन के अंदर अगर स्टार्टिंग अगेन तुसीं हुण सारियां फॉर्म्स पढ़ियां, किते भी फिट नहीं बैठता। ठीक है, प्लस या मल्टीप्लीकेशन दिस इज़ द बिगेस्ट हिंट। इत्थे अगर प्लस 1 माइनस 1 करिए तो स्प्लिट करने की कोशिश करिए तो उन्ना तुहाडा सवाल बड़े आराम नाल सॉल्व हो रहा है। ठीक है, और लास्ट देखते हैं, लास्ट अगेन हुण अगेन कोई स्टैंडर्ड फार्मूला नहीं है, और बिफोर वी चैक दिस मैनिपुलेशन डायरैक्ट आपां चैक किया पहला कि किते डायरैक्ट डिफरेंसीएशन तो नहीं पई जिहड़ी कि नहीं सी, फिर आपां मैनिपुलेशन ते आए। ਇਹਦੇ अंदर अगर देखिए कि अगर आ फंक्शन है ਇਹਦੀ डायरैक्ट डिफरेंसीएशन पई है, अगर इनू टी पुट करते हैं पुत्र एक्स की डिफरेंसीएशन 1 लॉग एक्स की 1 बाय एक्स। ठीक है, इनू अगर मैं टी लेना है पुत्र तो यदी आ गई डिफरेंसीएशन 1, यदी 1 बाय एक्स। सो अगर एलसीएम लईए तो एक्स प्लस 1 बाय एक्स थोड़ी आ डेरीवेटिव उदा पे है, तो ये आप हम डायरैक्टली टी पुट करा आपकी डेरीवेटिव है। ठीक है, सो लैट मी जस्ट कंप्लीट द प्रॉब्लम, ये आराम ना फड़िया जाएगा सवाल। सो सबस्टिट्यूट करते हैं हम एक्स प्लस लॉग एक्स, इनू टी बेटे ले लीए। सो डी टी कितना आ गया 1 प्लस 1 बाई एक्स डी एक्स। सो डी टी आ गया पुत्र एक्स प्लस 1 बाई एक्स एंड डी एक्स। सो यदी वैल्यू, ठीक है, असीं इत्थे डी टी रख दें। ठीक है, यदी वैल्यू डी टी रखती इत्थे राइट देयर, आ भी थोड़ा कंज्यूम हो गया तो नाल डी एक्स भी गया। सो दिस गोज़ एज डी टी, और इनू तो बेटे तुसीं टी पुट किया सी, आ गया टी स्क्वायर। ठीक है, ये तो टी स्क्वायर होवे हुण क्यूब होवे अंडर रूट टी होवे कोई फर्क नहीं पैंदा है ना, एज लॉन्ग एज आ फंक्शन है वो डिफरेंसीएशन है, तो ये आ जाएगा तुहाडे कोल टी क्यूब बाय 3 प्लस सी, टी की वैल्यू कितनी पुट कर दिओ एक्स प्लस लॉग एक्स दा क्यूब बाय 3 प्लस सी, आ बेटे आंसर है। ठीक है, आई होप क्लियर। फिर
ਹਾਇਰਾਰਕੀ ਕੀ ਹੈ, ਸਟੈਂਡਰਡ ਫਾਰਮੂਲੇ ਜਾਂ ਸਟੈਂਡਰਡ ਫਾਰਮ ਆ ਨਹੀਂ ਸੀ, ਦੈਨ ਤੀਸਰੀ ਚੀਜ਼ ਹਮੇਸ਼ਾ ਸਬਸਟੀਟਿਊਸ਼ਨ। ਨਹੀਂ ਤੇ ਫਿਰ ਦੈਨ ਯੂ ਕੈਨ ਥਿੰਕ ਕਿ ਕੁਝ ਮੈਨੀਪੂਲੇਸ਼ਨ ਆ ਕੋਈ ਹੁੰਦੀ ਹੈ। ਜਨਰਲੀ ਸਬਸਟੀਟਿਊਸ਼ਨ ਜਾਂ ਸਟੈਂਡਰਡ ਫਾਰਮਸ ਹੁੰਦੀ ਹੈ, ਨਹੀਂ ਹੋਇਆ ਦੈਨ ਯੂ ਕੈਨ ਥਿੰਕ ਇਨ ਟਰਮਸ ਆਫ ਮੈਨੀਪੂਲੇਸ਼ਨ, ਠੀਕ ਹੈ ਕਰਕੇ। ਬਿਕੋਜ਼ ਇੰਟੀਗ੍ਰੇਸ਼ਨ ਦੇ ਅੰਦਰ ਕੀ ਹੈ ਬੇਟਾ, ਅਗਰ ਸਟੈਂਡਰਡ ਕੁਐਸਚਨ ਤੁਹਾਨੂੰ ਜਿੰਨੇ ਤੁਹਾਡੇ ਕੋਰਸ ਪਾਰਟ ਜਿਹੜਾ ਸਕੂਲ 'ਚ ਪਾਰਟੀਕੂਲਰਲੀ ਆਉਣੇ ਆ, ਅਤੇ ਉਹਨਾਂ ਲਈ ਤਾਂ ਕੋਈ ਬਿਗ ਡੀਲ ਨਹੀਂ, ਉਹ ਤਾਂ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਰੇਂਜ ਨਹੀਂ ਹੈ। ਕੰਪੀਟੀਸ਼ਨ ਦੀ ਗੱਲ ਕਰਦੇ ਹਾਂ ਤਾਂ ਫਿਰ ਤੁਹਾਨੂੰ ਲਾਈਕ ਫੋਲੋ ਕਰਕੇ ਫਿਰ ਨਵੀਂ ਚੀਜ਼ ਹੈ, ਦੈਨ ਕਈ ਵਾਰ ਫਿਰ ਦੇਖਣਾ ਪੈਂਦਾ ਕਿ ਕਿੱਦਾਂ ਉਹਨੂੰ ਰਿਡਿਊਸ ਕਰੀਏ, ਕਿੱਦਾਂ ਉਹਨੂੰ ਮੈਨੀਪੂਲੇਟ ਕਰੀਏ, ਠੀਕ ਹੈ। ਸੋ ਐਜ਼ ਲੌਂਗ ਐਜ਼ ਜਿਹੜੇ ਬੱਚੇ ਸਿਰਫ ਸਕੂਲ ਲਈ ਕੰਸਰਨਡ ਆ, ਉਹਨਾਂ ਲਈ ਬਹੁਤਾ ਜ਼ਿਆਦਾ ਕੋਈ ਚੈਲੰਜ ਨਹੀਂ ਹੈ, ਬਿਕੋਜ਼ ਯੂ ਹੈਵ ਵੈਰੀ ਲਿਮਿਟਡ ਕੁਐਸਚਨ, ਠੀਕ ਹੈ। ਬਸ ਉਹੀ ਕੁਐਸਚਨ ਤੁਸੀਂ ਬਾਰ-ਬਾਰ ਬੇਟੇ ਪ੍ਰੈਕਟਿਸ ਕਰਨੇ ਹੈ ਨਾ, ਉਸ ਟਾਈਪ ਦੇ ਇਨਫੈਕਟ। ਓਕੇ, ਅਗਲੇ ਸਵਾਲ 'ਤੇ ਚੱਲਦੇ ਹਾਂ। ਓਕੇ ਬੇਟੇ, ਨੈਕਸਟ ਕੁਐਸਚਨ ਕਰਦੇ ਹਾਂ। ਸੋ ਆ ਪ੍ਰੋਬਲਮ ਇਹੋ ਜਿਹੇ ਕੁਐਸਚਨ ਜਾਂ ਸਬਸਟੀਟਿਊਸ਼ਨ ਦੇ ਅੰਦਰ ਇੱਕ ਮੈਂ ਤੁਹਾਨੂੰ ਆਰਟੀਕਲ ਕਰਾਇਆ ਸੀ, ਜਿਹਦੇ 'ਚ ਕਿ ਮੈਂ ਕਿਹਾ ਡਾਇਰੈਕਟ ਅਗਰ ਸਬਸਟੀਟਿਊਸ਼ਨ ਨਾ ਨਜ਼ਰ ਆਵੇ ਔਰ ਪਾਵਰ ਕੁਛ ਹੋਣ ਇਹੋ ਜਿਹੀਆਂ, ਅਤੇ ਤੁਹਾਨੂੰ ਫੰਕਸ਼ਨ ਕੁਛ ਕਾਮਨ ਲੈ ਕੇ ਵੇਖਣਾ ਚਾਹੀਦਾ ਇੱਥੋਂ ਕਿ ਫਿਰ ਕਿਤੇ ਡੈਰੀਵੇਟਿਵ ਤਾਂ ਨਹੀਂ ਬਣ ਰਿਹਾ, ਠੀਕ ਹੈ। ਔਰ ਕਿਉਂਕਿ ਤੁਸੀਂ ਸਾਰਾ ਚੈਪਟਰ ਮੁਕਾ ਲਿਆ, ਇਹੋ ਜਿਹੀ ਕੋਈ ਟਾਈਪ ਨਹੀਂ ਸੀ ਕਿ ਪਾਵਰ 1/3 ਹੋਵੇ ਜਾਂ ਕੁਛ ਇੱਦਾਂ ਦਾ, ਅਤੇ ਫਿਰ ਅਗੇਨ ਆਪਾਂ ਸਬਸਟੀਟਿਊਸ਼ਨ ਦੇ ਬਾਰੇ ਸੋਚਦੇ ਹਾਂ ਵੀ ਕਾਮਨ ਲਈਏ। ਜਿਵੇਂ ਇੱਥੋਂ ਆ 1/3 ਹੈ ਅਤੇ ਇੱਥੇ ਬੇਟੇ ਕਿੰਨਾ ਹੈ x³, ਅਤੇ ਇਹਦੇ 'ਚੋਂ ਅਸੀਂ ਟਰਾਈ ਕਰਦੇ ਹਾਂ x³ ਕਾਮਨ ਕੱਢਣ ਦੀ। ਇੱਧਰੋਂ ਕਾਮਨ ਕੱਢਾਂਗੇ ਅਤੇ ਬੇਟੇ ਇੱਥੇ ਕਿੰਨਾ ਹੈਗਾ x ਡਿਵਾਈਡ ਬਾਈ x³, ਸੋ x ਬਾਏ x³ -1, ਇੱਥੇ x³ ਕਾਮਨ ਆਏਗਾ, ਪਾਵਰ ਕਿੰਨੀ ਹੈ ਪੁੱਤਰ 1/3 ਡਿਵਾਈਡ ਬਾਈ x ਦੀ ਪਾਵਰ 4। ਹੁਣ ਅਗਰ ਤੁਸੀਂ ਦੇਖੋ ਤਾਂ ਇਹ ਤੁਹਾਡਾ ਰਿਡਿਊਸ ਹੋ ਗਿਆ, ਹਾਂਜੀ ਇਹ ਆ ਗਿਆ 1/x² -1, ਔਰ x³ ਅਤੇ 1/3 ਪਾਵਰ ਬਾਰ x ਆ ਜਾਊਗਾ ਇੱਥੇ, ਠੀਕ ਹੈ, ਆ ਤਾਂ ਐਵੇਂ ਰਹੂਗਾ, ਔਰ x ਅਤੇ ਇਹ ਨੀਚੇ ਆ ਗਿਆ x ਦੀ ਪਾਵਰ 4, ਜਿਹੜਾ ਕਿ ਸਿੰਪਲੀਫਾਈ ਹੋ ਕੇ ਇੱਥੇ x³ ਆ ਜਾਏ। ਔਰ ਕਲੀਅਰਲੀ ਹੁਣ ਤੁਸੀਂ ਈਜ਼ੀਲੀ ਆਈਡੈਂਟੀਫਾਈ ਕਰ ਲਿਆ ਕਿ ਇੱਥੇ ਤੁਹਾਡੇ ਕੋਲ ਆ ਗਿਆ 1/x³ ਅਤੇ dx। ਸੋ ਅਗੇਨ ਅਗਰ ਪਹਿਲੇ ਲੈਕਚਰ ਖਿਆਲ ਨਾਲ ਸੁਣਿਆ ਤਾਂ ਹੁਣ ਆਰਾਮ ਨਾਲ ਸਮਝ ਜਾਓਗੇ ਕਿ 1/x² ਦੀ ਡਿਫਰੈਂਸ਼ੀਏਸ਼ਨ 1/x³ ਦੀ ਫਾਰਮ 'ਚ ਆ ਜਾਏਗੀ, ਅਤੇ ਇਹਨੂੰ ਅਸੀਂ ਪੁੱਟ ਕਰ ਦਾਂਗੇ t, ਅਤੇ ਆ ਉਹਦੀ ਡਿਫਰੈਂਸ਼ੀਏਸ਼ਨ ਹੈ। ਡਾਇਰੈਕਟਲੀ ਨਹੀਂ ਸੀ ਬਟ ਕਾਮਨ ਲਿਆ। ਸੋ ਇਹਦੇ 'ਚ ਅਗੇਨ ਇੰਟੀਗ੍ਰੇਸ਼ਨ 'ਚ ਕੀ ਹੈ, ਰਫ 'ਚ ਜਾਓ, ਟਰਾਈ ਕਰੋ ਕਾਮਨ ਲੈ ਕੇ, ਵੇਖੋ ਕਿਤੇ ਡੈਰੀਵੇਟਿਵ ਤਾਂ ਨਹੀਂ ਬਣ ਰਿਹਾ। ਅਗੇਨ ਕੁਐਸਚਨ ਗਿਵਨ ਹੋਊਗਾ ਸੋਲਵੇਬਲ, ਅਤੇ ਕਲੀਅਰਲੀ 2-3 ਟਰਾਈ ਦੇ ਬਾਅਦ ਯੂ ਕੈਨ ਈਜ਼ੀਲੀ, ਅਗਰ ਨਵਾਂ ਸਵਾਲ ਆ ਜਾਂਦਾ ਅਤੇ ਤੁਸੀਂ ਆਰਾਮ ਨਾਲ ਉਹਨੂੰ ਗੈਸ ਕਰ ਸਕਦੇ ਹੋ। ਸੋ ਹਾਂਜੀ ਇੱਥੋਂ ਇਹਨੂੰ t ਪੁੱਟ ਕਰ ਦਈਏ, ਸੋ t = 1/x² ਮਤਲਬ x ਦੀ ਪਾਵਰ -2 -1 ਡਿਫਰੈਂਸ਼ੀਏਟ, ਹਾਂਜੀ -2/x³, ਇਹਦੀ 0 ਅਤੇ dx। ਸੋ ਇਹਦੀ ਪੁੱਤਰ ਵੈਲਿਊ ਆ ਗਈ dt/-2। ਸੋ ਇੱਥੇ ਮੈਂ ਫਿਲ ਕਰ ਦਿਆਂ dt/-2, ਕੌਂਸਟੈਂਟ ਐਵਰੀ ਟਾਈਮ ਮੈਂ ਪਹਿਲਾਂ ਹੀ ਬਾਹਰ ਲੈ ਲੈਣਾ, ਠੀਕ ਹੈ। ਸੋ ਆ ਹੋ ਗਿਆ t ਦੀ ਪਾਵਰ 1/3, ਸੋ -1/2 t ਦੀ ਪਾਵਰ ਹਾਂਜੀ 4/3/4/3 + c, t ਦੀ ਵੈਲਿਊ ਸਬਸਟੀਟਿਊਟ ਕਰ ਦਿਓ, ਠੀਕ ਹੈ। ਸੋ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਬੇਟੇ। ਓਕੇ, ਲੁੱਕ ਐਟ ਦਿਸ ਪ੍ਰੋਬਲਮ। ਇਹਦੇ 'ਚ ਇੱਕ ਚੀਜ਼ ਤਾਂ ਜਿਹੜੀ ਸਭ ਤੋਂ ਪਹਿਲਾਂ ਮਾਈਂਡ 'ਚ ਆਉਂਦੀ ਹੈ ਸਟੂਡੈਂਟ ਦੇ ਕਿ e⁻x ਹੈ ਅਤੇ ਉੱਪਰ e⁻x ਦਾ ਡੈਰੀਵੇਟਿਵ। ਸੋ ਇਹਨੂੰ ਨਾ ਮੈਂ ਤੁਹਾਨੂੰ ਦੋ ਮੈਥਡ ਨਾਲ ਕਰਕੇ ਦਿਖਾਉਣਾ, ਇੱਕ ਤਾਂ ਹੈ ਵੀ ਚਲੋ ਸਟੈਪ ਬਾਈ ਸਟੈਪ, ਇੱਕ ਡਾਇਰੈਕਟ ਵੀ ਹੈ, ਫਿਰ ਦੋਨਾਂ ਦਾ ਅਸੀਂ ਕਨਕਲੂਜਨ ਕੱਢ ਲਾਂਗੇ ਵੀ ਕਰਨਾ ਕੀ ਹੁੰਦਾ। ਇੱਕ ਤਰੀਕਾ ਕੀ ਨਜ਼ਰ ਆ ਰਿਹਾ ਕਿ ਅਗਰ ਮੈਂ ਇੱਥੇ e⁻x+1 ਇਹਨੂੰ t ਪੁੱਟ ਕਰਦਾ ਅਤੇ ਉੱਪਰ ਉਹਦੀ ਡਿਫਰੈਂਸੀਏਸ਼ਨ ਪਈ ਹੈ e⁻x। e⁻2x ਨੂੰ ਮੈਂ ਲਿਖ ਸਕਦਾ e⁻x × e⁻x, ਠੀਕ ਹੈ, ਇੱਕ ਤਾਂ ਡੈਰੀਵੇਟਿਵ 'ਚ ਆ ਜਾਊਗਾ, ਅਤੇ ਚਲੋ ਇੱਕ ਤਾਂ ਐਵੇਂ ਕਰਕੇ ਦੇਖਦੇ ਹਾਂ। ਸੋ e⁻x+1t, ਇਸ ਮੈਥਡ ਨਾਲ ਕੀ ਹੋਊਗਾ, ਦੋ ਸਟੈਪ ਬਣਨੇ, ਅਦਰਵਾਈਜ਼ ਸੈਕਿੰਡ ਨਾਲ ਫਿਰ ਆਪਣਾ ਡਾਇਰੈਕਟ 'ਤੇ ਵੀ ਹੋ ਸਕਦਾ। ਇਹਦੇ 'ਚ ਹੁਣ ਡਿਫਰੈਂਸ਼ੀਏਟ ਕਰੀਏ, dt ਕਿੰਨਾ ਆ ਗਿਆ ਪੁੱਤਰ e⁻x dx, ਠੀਕ ਹੈ। ਸੋ ਇੱਥੋਂ ਆ ਗਿਆ e⁻x ਅਤੇ dx, ਇਹ ਬੇਟੇ dt ਬਣ ਜਾਣਾ, ਆ dt ਹੋ ਗਿਆ, ਠੀਕ ਹੈ, ਡਿਵਾਈਡ ਬਾਏ ਆ t ਦੀ ਪਾਵਰ 1/4, ਠੀਕ ਹੈ, t ਦੀ ਪਾਵਰ 1/4, ਹਾਂਜੀ ਇੱਥੇ ਆ ਬਚ ਗਿਆ e⁻x, ਇੱਥੋਂ e⁻x ਦੀ ਵੈਲਿਊ ਕਿੰਨੀ ਪੁੱਤਰ t-1, ਠੀਕ ਹੈ। ਸੋ ਆ ਤੇ ਤੁਹਾਡੇ ਕੋਲ ਇੱਕ ਤਰੀਕਾ ਆ ਗਿਆ, ਠੀਕ ਹੈ। ਆਈ ਹੋਪ ਕਲੀਅਰ ਹੈ, ਸਿੰਪਲ ਹੈ ਨਾ। e⁻x ਦੀ ਡਿਫਰੈਂਸੀਏਸ਼ਨ e⁻x ਪਈ ਸੀ, ਸਪਲਿਟ ਕਰ ਲਿਆ, ਅਤੇ ਇੱਧਰੋਂ ਤੁਸੀਂ ਇਹਨੂੰ t ਪੁੱਟ ਕਰਤਾ,
सो dt आ गया e दी पावर x dx, आ हो गया t दी पावर 1/4 और इथों e दी पावर x dx बटे dt रखता तुसी है ना, और यदी वैल्यू e रेस्ट पर x दी इथों आ गई t -1, ठीक है। सो दैट्स इट, इनू सैपरेट कर लो। सो दिस इज आ मैथड है डायरैक्ट है, कन्वीनियंट है। सो अलग अलग कर लिया, हुण कितना आ गया t/t दी पावर 1/4। सो दो तुहाडे को इंटीग्रेशन बेटे बन गई हैं। सो एक स्टैप के अंदर तुहाडा सवाल इत्थे सॉल्व हो गया। सो आ कितना आ गया t दी पावर 1 - 1/4 दैट इज़ 3/4 एंड दैट इज़ t दी पावर -1/4 dt। पावर फॉर्मूले के दो प्रॉब्लम पुत्र, इनू सॉल्व कर लो। t दी वैल्यू ऐड 7/4 बाय हाँ जी 7/4 एंड t दी पावर 3/4 बाय 3/4 प्लस c। आ तुहाडे को बड़े आंसर आ गए, ठीक है। t दी वैल्यू कितनी इत्थे वे t इज़ इक्वल टू e दी पावर x + 1, इत्थे t दी वैल्यू फिल कर दो। ये तो मैथड 1 हो सकता है। सैकेंड तुसी की करो, लेट मी जस्ट इरेज दैट। मैथड 2 च जिदा असी इफ यू रिमेंबर कि क्वेश्चन मैं किया कि अंडर रूट लीनियर होवे तो टी सबस्टिट्यूट कर दो, ठीक है। या पिछे एक फॉर्म किए हैं जी x दी पावर 1/2 है, x दी पावर 1/3 है, ठीक है। तो असी ट्राई करते हैं कि आप पावर्स खत्म करने दी। सो ओवरऑल प्रॉब्लम हमेशा ये टारगेट होंदा है कि क्वेश्चन को सिंपलीफाई करना, वो जड़ियाँ इररैशनल नंबर्स है जिदा x दी पावर 1/2 1/3 वो खत्म हो। तो इस करके असी की करते जिदा जो दो हो फिर तो आप एल्शियम वाला कंसैप्ट लाया सी, जे कल्ला ही है तो ठीक है टी पुट करता, इन्ना की होएगा तुहाडा x कितना आ जाएगा t², x t² ना तुहाडी पावर है सिंपलीफाई हो जाएगी, ठीक है। सो ये किसी भी फंक्शन लिए अगर एक सिमिलर टाइप के फंक्शन है जिदा ये भी एक्चुअली की लिखा है e दी पावर x + 1 दी पावर 1/4। तो ऐदा भी सोचा जा सकता सी कि ठीक है इनू पूरे नू टी पुट कर दीए, या इनू मैं की पुट किया t दी पावर 4, गल तो वही है। सो जी 1/4 या 1/5 यहो जी पावर्स है, इनू खत्म करिए। सो इनू असी ऐदा भी स्टार्ट कर सकते सी क्वेश्चन नू, अगर किसी दे माइंड च आ नहीं आता सपोज, तो आ माइंड च रखो कि क्वेश्चन असी सिंपलीफाई करना, टारगेट है सॉल्व करना। सॉल्व जद भी यहो जिहा होवे किसी दी इररैशनल नंबर, इररैशनल मतलब पावर रैशनल होवे लाइक 1/3 1/4 फ्रैक्शन होवे इदां दी, ठीक है। सो नीचे वड्डा होवे नंबर तो 1/3 1/4 या कोई यहो जिहा, उहदे च तुसीं हमेशा ट्राई करो कि उन्होंने टी सबस्टिट्यूट करके अगर सिमिलर टाइप दे आ, सो दैट आ नंबर तुहाडा खत्म हो जाए। सो जिद्दां इहदे अगर अंदर करिए e रेस्ट पावर x + 1 दी पावर 1/4 नू अगर मैं टी पुट करा तो e दी पावर x + 1 पुत्र कितना आ गया t दी पावर 4। सो गल तो वही आ गई ना, इनू t दी पावर 4 रखे तो कट गया। सो हुण डिफरेंशिएट हाँ जी e दी पावर x dx इज़ 4t दी पावर 3 dt, ठीक है। सो हुण क्वेश्चन च की होगा कि हुण e दी पावर x dx आ की आ गया 4t3, इत्थे वैल्यू पुट करिए, ये मैं वैल्यू रख रहा यदी 4t³ ते dt, हाँ जी आ कंज्यूम हो गया। आ नीचे वाला नंबर की है e दी पावर x + 1 दी पावर 1/4 नू तुसी रखिया सी t, ठीक है। ये फायदा होया ना कि नीचे कला t आ गया है ना, मतलब साड़ी इररैशनल जिहड़े पूरे नंबर से जिहड़े फ्रैक्शन दे पावर से साड़ियाँ खत्म हो गई, और बचा कि हुण आ वाला e रेस्ट पर x, e रेस्ट पर x की वैल्यू इत्थों कितनी आ गई, हाँ जी इत्थों यदि वैल्यू कढ़ ली है e रेस्ट पर x की t दी पावर 4 - 1, सो t दी पावर 4 - 1, दैट्स इट। हुण क्वेश्चन तुहाडा काफ़ी सिंपलीफाई हो गया, t है तो t³ है, हाँ जी आ कट के कितना आ जाएगा t², हुण इन्हां मल्टीप्लाई कर दो t दी पावर 6 - t² dt, सो आ गया 4t दी पावर 7/7 t दी पावर 3/3 प्लस c, ठीक है। सो t दी वैल्यू पुत्र फुल कर दो, आही तुहाडा आंसर है, ठीक है। आ भी तरीका हो सकता, और ये जरूरी नहीं है कि अंडर रूट लीनियर ही मैं कहा सी, उहदा परपस की सीगा, बिकॉज अगर सिमिलर टाइप का कोई फंक्शन होवे अगेन यू कैन ट्राई अगेन इंटीग्रेशन च असी सर्टेनटी ना नहीं है हमेशा होंदा कि क्योंकि प्रॉब्लम टू प्रॉब्लम डिपेंड करता है। रूट लीनियर अगर है, बाकी अलजैब्रिक टर्म है तो टी पुट करांगे ये हुण कोई होर नहीं सीगा, साइन कॉस नहीं सी, सिंपल e दी पावर x है तो आप ट्राई करके देख लिया कि इनू टी पुट कर दी। अदरवाइज पहला थॉट तो यही होना चाहिए कि आ फंक्शन है उपर e दी पावर x पे उहदा डेरिवेटिव पे, ठीक है। सो आई होप तुहानू दोनों मैथड क्लीयर है बेटे। नैक्सट क्वेश्चन चलते हैं।
ओके हाँ जी इनू सोचो जरा गिव अ ट्राई ये तो होना चाहिए बिल्कुल क्वेश्चन वेख्या ही नज़र आ जाता है स्टैंडर्ड फॉर्मूला तो है नहीं ना कोई फॉर्म है तो फिर बनती है गल सबस्टिट्यूशन की एक्स की पावर 10 तो इतने 9 10 रेस्ट पर एक्स ए रेस्ट पर एक्स की डिफरेंसीएशन ए रेस्ट पर एक्स इंटू लॉग ए ठीक है इतने इट शुड बी लॉग 10 हुण नज़र आना चाहिए पहला नहीं सो आ हुण तुहाडे को फंक्शन आ पुत्र आ उहदी डिफरेंसीएशन आ तो इनू टी पुट कर दईए एक्स की पावर 10 प्लस 10 की पावर एक्स नू सो डी टी आ गया 10 इंटू एक्स की पावर 9 ए रेस्ट पर एक्स की बेटे ए रेस्ट पर एक्स इंटू लॉग ए बेस ही है इंटू डी एक्स मल खत्म बेटे आते सो आ पूरा फंक्शन तुहाडा डी टी च आ गया सो दिस गोज एज डी टी बाई आ टी स्क्वायर 1 बाई टी स्क्वायर ये पावर फॉर्मूले का बेटे टी की पावर -2 डी टी सो दैट इज़ हाँ जी -1 बाई टी प्लस सी -1 बाई टी एक्स की पावर 10 प्लस 10 की पावर एक्स प्लस सी हाँ पुत्र आंसर है सो तो आसान सी क्वेश्चन है ना सो सिंपल फंक्शन लभना डायरैक्ट वह डेरीवेटिव नज़र आ रहा ठीक है क्योंकि कोई फॉर्म्स तो देखो अगेन फॉर्म सारिया याद हो बार बार मैं रिपीट करने तो वो लिस्ट थोड़ी आई गैस कंप्लीट होनी है वो लिस्ट जब वेखी जाओ तो आइडिया लग जाता है स्टैंडर्ड फॉर्म जो है बाई पार्ट्स है पार्शल फ्रैक्शन है सो जब यहो ਜਿਹੇ सवाल तुहानूं दिख जाएंगे ਹੁਣ कि यार किसी फॉर्म 'ਚ नहीं फिट बहते तो सबस्टिट्यूशन ट्राई करना बनता है ठीक है ओके अगे चलते हैं ओके लेट्स डू दिस प्रॉब्लम ये क्वेश्चन अगेन अगर तुम क्वेश्चन में सोच रहे हो तो पहला थॉट इनफैक्ट जो दो थॉट मन च आते एक तो आता यार भी आ पावर 1/2 आ ठीक है जिदा हम आप बार बार गल की है कि एक्स की पावर 1/2 नहीं चाहिए तो इनू टी पुट कर दिए ठीक है नॉट अ बैड थॉट एक तरीका हो सकता है कि पहला इनू खत्म करिए कईयां दे मन च आ सकता है कि यार ये तो आ वाली फॉर्म भी बनती है कि ए माइनस एक्स अपॉन ए प्लस एक्स तो इत्थे एक्स नू पुट कर दईए ए कॉस 2 थीटा ये भी कोई बुरी गल नहीं है सो ये दोनों के नाल ही सवाल सॉल्व हो जाऊगा इनफैक्ट अगर मैं इदा करदा तो एक स्टैप बच जाऊगा अगर इदा करदा तो क्वेश्चन बिल्कुल उसी फॉर्म पर आ जाएगा ठीक है सो तुसी इदा या तो अंडर एक्स नू पहला टी पुट कर लो ਉਹਦੇ ਨਾਲ ਕੀ ਆ ਜਾਊਗਾ 1 ਮਾਈਨਸ ਟੀ ਤੇ 1 ਪਲਸ ਟੀ ਹੈ ਨਾ ਇੱਥੇ dt ਵਗੈਰਾ ਆ ਜਾਣਗੇ ਜਾਂ ਮੈਂ ਡਾਇਰੈਕਟਲੀ ਕਿਉਂਕਿ ਇਸ ਫਾਰਮ 'ਚ ਆ ਇੱਥੇ x ਦਾ ਮਤਲਬ ਕੱਲਾ x ਨਹੀਂ ਹੈ ਜੋ ਵੀ ਫੰਕਸ਼ਨ ਹੈ ਉਹਨੂੰ ਆਪਾਂ ਸਬਸਟੀਟਿਊਟ ਕਰ ਦੇਣਾ ਸੋ ਜਾਂ ਅੰਡਰ x ਨੂੰ ਮੈਂ ਪੁੱਟ ਕਰਦਾ cos 2 ਥੀਟਾ ਬਿਕੋਜ਼ ਇੱਥੇ a 1 ਆ ਤੇ ਇਹਦੇ ਨਾਲ ਵੀ ਕੁਐਸਚਨ ਸੋਲਵ ਹੋ ਜਾਊਗਾ ਸੋ ਇਹ ਤੇ ਮੈਥਡ 1 ਹੈ ਸੋ ਇਹਦੇ ਤੁਹਾਨੂੰ ਦੋ ਮੈਥਡ ਅਸੀਂ ਡਿਸਕਸ ਕਰਨੇ ਸੋ ਪਹਿਲਾਂ ਮੈਥਡ 1 ਦੇ ਨਾਲ ਚੱਲਦੇ ਹਾਂ ਦਿਸ ਇਜ਼ ਲਾਈਕ ਮੈਥਡ 1 ਉਹਦੇ 'ਚ ਹੁਣ ਕੀ ਕਰੀਏ अंडर रूट एक्स नू मैं cos 2 थीटा पुट कर देना लेट्स सी व्हाट वी गेट ठीक है सो रूट एक्स इक्वल टू cos 2 थीटा इस सबस्टिट्यूशन चार्ट जो आप पढ़ाया सी ठीक है लैक्चर्स अगर ख्याल ना सुने हो तो सबस्टिट्यूशन चार्ट सेगा देख के पछाण हो जाता कि अंडर रूट ऑफ ए माइनस एक्स अपॉन ए प्लस एक्स तुसी जिहड़ा फंक्शन एक्स आ उन्होंने असीं सबस्टिट्यूट कर सकते हैं ये तो इत्थों आ गया एक्स cos 2 थीटा का स्क्वायर ठीक है सो डी एक्स कितना आ गया पुत्र चेंज रूल 2 cos 2 थीटा इंटू एदी डिफरेंशिएशन साइन 2 थीटा विद नेगेटिव साइन ठीक है एंड इंटू डिफरेंशिएशन ऑफ 2 थीटा दैट इज ऑल्सो 2 एंड डी थीटा एदी डिफरेंशिएशन आ सो देयरफॉर डी एक्स आ गया साढ़े को एदी वैल्यू डी एक्स की रखी जाऊगी अच्छा हुण अगर इत्थे पुट करिए तो कितना आ गया अंडर रूट ऑफ 1 माइनस cos 2 थीटा एदी पूरे दी वैल्यू मैं cos 2 थीटा रखती एंड 1 प्लस cos 2 थीटा इंटू डी एक्स बेटे कितना -4 ए बाहर ले लीए इंटू हाँ जी cos 2 थीटा sin 2 थीटा एंड डी थीटा ठीक है आई होप इत्थे तक थानू क्लीयर है ना आ थॉट कितों आऊगा मन बिकॉज प्रीवियसली आप टाइप पढ़ी है सानू पता कि सबस्टिट्यूशन है तो आ सबस्टिट्यूट करिए तो क्वेश्चन साडा सिंपलीफाई हो जाएगा ना दिस इज अगेन नो नॉट यूजिंग दैट फॉर द वेरी फर्स्ट टाइम बड़ी बार फॉर्मूला बरता है 1 माइनस cos थीटा कितना होगा बेटे 2 हाँ जी साइन स्क्वायर हाफ ऑफ दिस एंगल और इधर 2 cos स्क्वायर हाफ ऑफ दिस एंगल इंटू cos 2 थीटा ठीक है एंड साइन 2 थीटा डी थीटा
सो आ 2 ਨਾਲ 2 ਕੱਟਿਆ ਗਿਆ, ਸਾਈਨ ਸਕੁਆਇਰ ਕਾਸ ਸਕੁਆਇਰ ਟੈਨ ਸਕੁਆਇਰ ਅੰਡਰ ਰੂਟ ਆ ਗਿਆ ਟੈਨ ਥੀਟਾ। ਠੀਕ ਆ, ਟੈਨ ਆ ਜਾਊਗਾ, ਟੈਨ ਨੂੰ ਮੈਂ ਲਿਖ ਲਿਆ ਸਾਈਨ ਥੀਟਾ ਤੇ ਬਾਏ ਕਾਸ ਥੀਟਾ ਤੇ ਇੰਟੂ ਕਾਸ 2 ਥੀਟਾ ਤੇ ਐਂਡ ਸਾਈਨ 2 ਥੀਟਾ। ਚਲੋ ਇੱਥੇ ਹੁਣ ਆਪਾਂ ਐਨਾਲਾਈਜ਼ ਕਰਦੇ ਹਾਂ, ਇਹਨੂੰ ਰੋਕਦੇ ਹਾਂ ਕਿ ਹੁਣ ਕਰਨਾ ਕੀ ਹੈ। ਸੋ ਚਲੋ ਇੰਨਾ ਹੋ ਗਿਆ ਕਿ ਸਾਰੀਆਂ ਅੰਡਰ ਰੂਟ ਵਗੈਰਾ ਤੇ ਉੜ ਗਏ, ਟ੍ਰਿਗਨੋਮੈਟ੍ਰਿਕ ਆ ਗਿਆ। ਨਾਓ ਅਗੇਨ ਜੇ ਤੁਸੀਂ ਖਿਆਲ ਨਾਲ ਚੀਜ਼ਾਂ ਸੁਣੀਆਂ ਤੇ ਮੈਂ ਟ੍ਰਿਗਨੋਮੈਟ੍ਰਿਕ ਪ੍ਰੋਬਲਮ 'ਚ ਇੱਕ ਵਾਰ ਇਹ ਚੀਜ਼ ਕਈ ਵਾਰ ਇਨਫੈਕਟ ਮੈਂਸ਼ਨ ਕੀਤੀ ਹੈ ਕਿ ਕੁਐਸਚਨ ਪਿਆ ਹੋਵੇ ਕਿ ਟਰਾਈ ਕਰੋ ਕਿ ਐਂਗਲ ਸੇਮ ਹੋਵੇ। ਹੁਣ ਇੱਥੇ ਤੁਹਾਡਾ ਐਂਗਲ ਥੀਟਾ ਪੁੱਤਰ, ਇੱਥੇ 2 ਥੀਟਾ। ਸੋ ਕਲੀਅਰਲੀ ਇਹਨੂੰ ਅਸੀਂ ਅਗਰ 2 ਥੀਟਾ ਨੂੰ ਵੀ ਥੀਟਾ 'ਚ ਕਰਨ ਦੀ ਕੋਸ਼ਿਸ਼ ਕਰੀਏ ਸੋ ਦੈਟ ਆ ਤੁਹਾਡੀ ਟਰਮ ਕੈਂਸਲ ਹੋ। ਠੀਕ ਹੈ, ਸੋ ਇਹਨੂੰ ਆਪਾਂ ਸਾਈਨ 2 ਥੀਟਾ ਨੂੰ ਜਿਹੜਾ ਹੈ ਲਿਖ ਦਈਏ 2 ਆ ਸਾਈਨ ਥੀਟਾ ਪਿਆ ਰਹਿਣ ਦਿਓ, ਕਾਸ ਥੀਟਾ ਪਿਆ ਰਹਿਣ ਦਿਓ। ਆ ਸਾਈਨ 2 ਥੀਟਾ ਦੀ ਵੈਲਿਊ ਨੂੰ ਮੈਂ ਪੁੱਟ ਕਰ ਰਿਹਾ 2 ਸਾਈਨ ਥੀਟਾ। ਠੀਕ ਹੈ, ਦੈਟ ਇਜ਼ ਇੰਟੂ ਕਾਸ ਥੀਟਾ ਇੰਟੂ ਆ ਕਾਸ 2 ਥੀਟਾ ਪਿਆ ਰਹਿਣ ਦਿਓ। ਠੀਕ ਹੈ, ਲੈਟਸ ਸੀ ਇਹਨੂੰ ਨਹੀਂ ਚੇਂਜ ਕੀਤਾ, ਹਾਲੇ ਦੱਸਦੇ ਕਿਉਂ। ਤੋ ਇੰਨਾ ਕੀ ਹੋਇਆ, ਤੁਹਾਡਾ ਕਾਸ ਦੀ ਟਰਮ ਕੱਟੀ ਗਈ। ਸੋ ਵਟ ਵੀ ਹੈਵ ਨਾਓ ਆ 2 ਇੱਥੇ ਰੱਖ ਲੈਂਦੇ ਹਾਂ, 2 ਸਾਈਨ ਇੰਟੂ ਸਾਈਨ ਸਾਈਨ ਸਕੁਆਇਰ ਥੀਟਾ ਇੰਟੂ ਕਾਸ 2 ਥੀਟਾ ਡੀ ਥੀਟਾ। ਅੱਛਾ, ਹੁਣ ਆ ਗਿਆ ਫਿਰ ਇਹ ਇਸ ਟਾਈਪ 'ਤੇ। ਹੁਣ ਇੱਥੇ ਵੀ ਸਾਡੇ ਕੋਲ ਮਲਟੀਪਲ ਆਪਸ਼ਨ ਆ, ਰਾਈਟ। ਐਂਗਲ ਡਿਫਰੈਂਟ ਹੈ, ਕੋਈ ਪ੍ਰੋਬਲਮ ਨਹੀਂ, ਐਂਗਲ ਸੇਮ ਵੀ ਹੋ ਸਕਦੇ ਆ, ਉਹ ਵੀ ਇੱਕ ਥੋਟ, ਐਂਗਲ ਸੇਮ ਕਰ ਲਈਏ। ਐਂਡ ਮੋਰ ਓਵਰ ਅਗਰ ਤੁਹਾਨੂੰ ਪਤਾ ਹੋਵੇ ਕਾਸ 2 ਨੂੰ ਇੰਟੀਗ੍ਰੇਟ ਕਰਨਾ ਤੇ ਆਸਾਨ ਹੈ, ਕਾਸ ਦੀ ਸਾਈਨ 2 ਥੀਟਾ ਆ ਜਾਊਗੀ ਬਾਈ 2। ਔਰ ਜੇ ਪਾਵਰ ਹੋਵੇ ਇੱਦਾਂ ਦੀ ਸਕੁਆਇਰ ਤਾਂ ਤੁਹਾਨੂੰ ਦੱਸਿਆ ਸੀ ਕਿ ਉਹ ਪਾਵਰ ਨੂੰ ਸਨੱਬ ਕਰੀਏ, ਇਹਦੀ ਪਾਵਰ ਨੂੰ 1 'ਚ ਲਈਏ। ਹਾਂਜੀ, ਕਿਹੜਾ ਫਾਰਮੂਲਾ ਵਰਤੀਏ, 2 ਸਾਈਨ ਸਕੁਆਇਰ ਥੀਟਾ ਇਜ਼ ਇਕੁਅਲ ਟੂ 1 ਮਾਈਨਸ ਕਾਸ 2 ਥੀਟਾ। ਸੋ ਦੋਨੋਂ ਚੀਜ਼ਾਂ ਹੱਲ ਹੋ ਜਾਣੀਆਂ, ਇੱਕ ਤੇ ਐਂਗਲ ਵੀ ਚਲੋ ਸੇਮ ਹੋ ਗਿਆ, ਦੂਜਾ ਸਾਡੀ ਪਾਵਰ ਵੀ ਖਤਮ ਹੋ ਗਈ। ਤੋ ਇਹਦੇ ਅੰਦਰ 2 ਸਾਈਨ ਸਕੁਆਇਰ ਥੀਟਾ ਦਾ ਫਾਰਮੂਲਾ 1 ਮਾਈਨਸ ਕਾਸ ਡਬਲ ਦੀ ਐਂਗਲ ਇੰਟੂ ਕਾਸ ਆਫ 2 ਥੀਟਾ ਐਂਡ ਡੀ ਥੀਟਾ। ਸੋ ਹੁਣ ਸਾਡਾ ਕੁਐਸਚਨ ਆਲਮੋਸਟ ਸੋਲਵੇਬਲ ਫਾਰਮ 'ਚ ਆ ਗਿਆ। ਬੇਟੇ ਇਹਨੂੰ ਪਹਿਲਾਂ 1 ਨਾਲ ਮਲਟੀਪਲਾਈ ਕਰ ਦਈਏ, ਦੈਟ ਇਜ਼ ਕਾਸ 2 ਥੀਟਾ ਮਾਈਨਸ ਇਹਦੇ ਨਾਲ ਦੈਟ ਇਜ਼ ਕਾਸ 2 ਥੀਟਾ ਦਾ ਸਕੁਆਇਰ। ਸੋ ਹੁਣ ਅਗਰ ਵੇਖੀਏ ਤੇ ਇਹਦੀ ਤੇ ਇੰਟੀਗ੍ਰੇਸ਼ਨ ਹੋ ਜੂਗੀ ਕਾਸ ਸਕੁਆਇਰ ਵਾਲੇ ਦੀ। ਹਾਂਜੀ, ਫਿਰ ਇਹੋ ਜਿਹਾ ਫਾਰਮੂਲਾ ਲਾ ਕੇ ਕਾਸ ਸਕੁਆਇਰ ਦਾ ਕਿੰਨਾ ਹੋਊਗਾ 1 ਪਲੱਸ, ਹੈ ਨਾ, ਸਮਝ ਗੱਲ। ਸੋ ਕਿਉਂਕਿ ਆਹ ਤੇ ਸਟੈਂਡਰਡ ਫਾਰਮ ਹੈ, ਹੁਣ ਇਹ 'ਚ ਕੋਈ ਇੱਦਾਂ ਸਮਝਣ ਵਾਲੀ ਵੀ ਗੱਲ ਨਹੀਂ, ਦਿਸ ਇਜ਼ ਸਟੈਂਡਰਡ ਫਾਰਮ। ਕਾਸ ਸਕੁਆਇਰ ਨੂੰ ਕਿੱਦਾਂ ਇੰਟੀਗ੍ਰੇਟ ਕਰਦੇ ਹਾਂ, ਉਹ ਫਾਰਮੂਲਾ ਲਾ ਕੇ ਕਾਸ ਦੀ ਪਾਵਰ ਈਵਨ ਆ, ਅਸੀਂ ਪਾਵਰ ਨੂੰ 2 ਤੋਂ 1 'ਤੇ ਲਿਆਵਾਂਗੇ। ਸੋ ਤੁਹਾਡਾ ਆਹ ਕੁਐਸਚਨ ਮੈਥਡ 1 ਆ ਜਿੰਨਾ ਤੁਹਾਡਾ ਸੋਲਵ ਹੋ ਗਿਆ। ਇਫ ਆਈ ਜਸਟ ਵਾਂਟ ਟੂ ਕੰਪਲੀਟ ਦੈਟ, ਸੋ ਆ ਗਿਆ ਇੰਟੀਗ੍ਰੇਸ਼ਨ ਆਫ ਕਾਸ 2 ਥੀਟਾ। ਸੋ ਇਹਦੀ ਇੰਟੀਗ੍ਰੇਸ਼ਨ ਆ ਜਾਣੀ ਹੈ ਸਾਈਨ 2 ਥੀਟਾ ਡਿਵਾਈਡ ਬਾਈ 2 ਮਾਈਨਸ ਕਾਸ ਸਕੁਆਇਰ ਥੀਟਾ ਦਾ ਫਾਰਮੂਲਾ ਹੁੰਦਾ ਹਾਂਜੀ 1 ਪਲੱਸ ਕਾਸ ਡਬਲ ਦੀ ਐਂਗਲ 2 ਦਾ 4 ਡਿਵਾਈਡ ਬਾਈ 2 ਡੀ ਥੀਟਾ। ਬੇਟੇ ਹੁਣ 1 ਦਾ ਥੀਟਾ ਆ ਜਾਊਗਾ, ਕਾਸ ਦਾ ਸਾਈਨ। ਸੋ ਦਿਸ ਗੋਜ਼ ਐਜ਼ ਇੱਥੇ, ਲੈਟ ਮੀ ਕੰਪਲੀਟ। ਸੋ ਸਾਈਨ 2 ਥੀਟਾ ਡਿਵਾਈਡ ਬਾਈ 2 ਮਾਈਨਸ ਹਾਂਜੀ 1 ਬਾਈ 2 ਬਾਰ ਆ 1 ਦੀ ਥੀਟਾ ਕਾਸ ਦੀ ਸਾਈਨ 4 ਥੀਟਾ ਡਿਵਾਈਡ ਬਾਈ 4 ਪਲੱਸ ਸੀ। ਆ ਪੁੱਤਰ ਆਂਸਰ ਹੈ। ਵੇਅਰ ਥੀਟਾ ਕੀ ਹੈ, ਵੇਅਰ ਥੀਟਾ ਇੱਥੇ ਤੁਸੀਂ ਸਬਸਟੀਟਿਊਟ ਕੀਤਾ ਹੈ, ਥੀਟਾ ਨੂੰ ਲਿਖ ਲਿਓ ਕਾਸ ਇਨਵਰਸ ਕਰਕੇ। ਸੋ ਵੇਅਰ 2 ਥੀਟਾ ਇਜ਼ ਕਾਸ ਇਨਵਰਸ ਅੰਡਰ ਰੂਟ ਐਕਸ, ਸੋ ਥੀਟਾ ਇਜ਼ ਹਾਫ ਕਾਸ ਇਨਵਰਸ ਅੰਡਰ ਰੂਟ ਐਕਸ। ਇਹ ਲਿਖ ਦਿਓ ਇੱਥੇ ਕਿ ਵੇਅਰ ਥੀਟਾ ਇਜ਼ ਦਿਸ। ਆ ਬੇਟੇ ਆਂਸਰ ਆ। ਸੋ ਆ ਪਹਿਲਾ ਮੈਥਡ ਹੈ। ਅਗੇਨ ਥੋਟ ਕੀ ਸੀਗਾ ਪਹਿਲਾਂ ਕਿ ਫਾਰਮੂਲਾ 1 ਮਾਈਨਸ ਏ ਮਾਈਨਸ ਐਕਸ ਤੇ ਏ ਪਲੱਸ ਐਕਸ ਵਾਲਾ ਫਾਰਮੂਲਾ, ਇਹਨੂੰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰੀਏ। ਉਹ ਸੋਚ ਨੇ ਕਿਹਾ ਵੀ ਇੱਥੋਂ ਯਾਰ ਤੁਸੀਂ ਇਹਨੂੰ ਕਾਸ ਪੁੱਟ ਕਰ ਦਿਓ, ਬਾਕੀ ਸਾਰੀ ਕਹਾਣੀ ਸਿੰਪਲੀਫਾਈ ਹੁੰਦੀ ਰਹੀ। ਸੋ ਆ ਬੇਟੇ ਮੈਥਡ 1 ਆ। ਠੀਕ ਹੈ, ਸੋ ਆਈ ਹੋਪ ਆ ਕਲੀਅਰ ਹੈ। 3 ਟਰਮਸ ਆ ਰਹੀਆਂ ਤੁਹਾਡੇ ਕੋਲ ਆਂਸਰ 'ਚ, ਇੱਕ 2 ਥੀਟਾ ਦੀ, ਇੱਕ ਥੀਟਾ ਦੀ, ਇੱਕ 4 ਦੀ। ਔਰ ਇੱਥੋਂ ਤੁਸੀਂ ਵੈਲਿਊ ਪੁੱਟ ਵੀ ਕਰ ਸਕਦੇ ਹੋ, ਰਾਈਟ। ਅਤੇ ਇੱਕ ਇਹਦਾ ਹੋਰ ਮੈਥਡ ਦੇਖਦੇ ਹਾਂ। ਓਕੇ, ਸੈਕਿੰਡ ਮੈਥਡ ਇਹਦੇ 'ਚ ਅਗੇਨ ਆਪਾਂ ਟ੍ਰਿਗਨੋਮੈਟਰੀ 'ਚ ਨਹੀਂ ਲੈ ਜਾਵਾਂਗੇ, ਅਲਜੈਬਰਿਕ 'ਚ ਸੋਲਵ ਕਰਦੇ ਹਾਂ। ਤੋ ਸਟਾਰਟਿੰਗ ਥੋਟ ਅਗੇਨ ਅੰਡਰ ਰੂਟ 'ਚ ਖਤਮ ਕਰੀਏ। ਅੰਡਰ ਰੂਟ ਐਕਸ ਟੀ, ਐਕਸ ਹੋ ਗਿਆ ਬੇਟੇ ਟੀ ਸਕੁਆਇਰ। ਸੋ ਡੀ ਐਕਸ ਹੋ ਗਿਆ 2t ਤੇ dt। ਠੀਕ ਹੈ, ਸੋ ਇੰਨਾ ਹੋਏਗਾ ਸਾਡਾ ਜਿਹੜਾ ਆਹ ਅੰਡਰ ਰੂਟਸ ਆ ਉਹ ਮੁੱਕ ਜਾਣਗੇ। ਸੋ ਆਹ ਵਾਲਾ ਤੋਂ ਕਿੰਨਾ ਆ ਗਿਆ ਤੁਹਾਡੇ ਕੋਲ ਅੰਡਰ ਰੂਟ ਆਫ 1 ਮਾਈਨਸ ਟੀ ਅਪੋਨ 1 ਪਲੱਸ ਟੀ। ਠੀਕ ਹੈ, ਐਂਡ ਡੀ ਐਕਸ ਕਿੰਨਾ ਆ ਗਿਆ
2t ਤੇ dt। ठीक है, चलो इत्थे तक तो समझ आई गल। हुण मैं नहीं चाहता कि मैं कॉस पुट करा, तो उहदे पिछले लैक्चर के अंदर क्वेश्चन करते करते मैं एक चीज़ मैंशन की सी कि जो अंडर रूट्स इदा हो, एक क्वेश्चन किया सी वाला अंडर रूट ऑफ a प्लस एक्स a माइनस एक्स, तो ट्राई करिए कि डिनोमीनेटर च अंडर रूट वाली टर्म आ जाए उपरों खत्म हो जाए, बिकॉज वी हैव सो मैनी फॉर्मूलाज जिदा डिनोमीनेटर च a स्क्वेयर माइनस एक्स स्क्वेयर माइनस a स्क्वेयर। सो इनू रैशनलाइज कर दईए आप न्यूमीनेटर नू। ठीक है, सो न्यूमीनेटर नू रैशनलाइज करिए तो की करिए, इत्थे अंडर रूट ऑफ 1 प्लस टी दे नाल 1 माइनस टी दे नाल बेग पार्डन उपर भी मल्टीप्लाई कर दईए तो नीचे भी कर दईए, सो दैट थोड़ा न्यूमीनेटर रैशनलाइज हो जाए इनटू टी डी टी। ठीक है, सो आ थोड़े को आ गया, उपर आ जाएगा बेटे 1 माइनस टी नाल आ टी मल्टीप्लाई डिवाइड बाय ए प्लस बी तो ए माइनस बी ए स्क्वायर माइनस बी स्क्वायर। ठीक है, ये फायदा की होया, साढ़े को ये बड़े फॉर्मूले है 1 माइनस टी स्क्वायर साइन इनवर्स, यू नो उन्होंने फॉर्मूले से रिड्यूस करने की कोशिश करांगे। हाँ जी, हुण जो इधर मल्टीप्लाई कर दिए बेटे, सो कितना आ गया टी इंटू 1 टी, हाँ जी माइनस टी स्क्वायर डिवाइड बाय हाँ जी आ वाली टर्म। तो मैं ऐ करा तो सैपरेट ही कर ला नाल दी नाल। सैपरेट क्यों कर लिया, इत्थे प्लस और माइनस रहता इत्थे, इत्थे अंडर रूट ऑफ 1 माइनस टी स्क्वायर डी टी। सैपरेट क्यों कर लिया पुत्र, क्योंकि इस इंटीग्रेशन की तो मैनू स्टैंडर्ड ये तो पता है, क्योंकि ये की है कि इनू मैं पुट करूँगा लेट्स से z उपर वह डिफरेंसीएशन है 1 माइनस टी स्क्वायर की डिफरेंसीएशन कितनी है 1 की 0 यदि माइनस 2t और टी उपर पे है। ठीक है, आ क्लीयर है तुहानू, आ सैपरेट कर लिया कि आ क्योंकि इंटीग्रेशन मैं नोन है यदि उपर डेरीवेटिव पे है। हुण गल यदि रही, इनू थोड़ा जिहा असीं मैनूपलेट करते हैं, मैनूपलेट इदा देखो, अगर इत्थे 1 है तो अगर मैं इत्थे +1 या -1 करा तो की होगा, ये नीचे ले जावांगे तो उपर अंडर रूट आ जाऊगा, ये 1 के नीचे आऊगा तो मेरे को स्टैंडर्ड फॉर्मूला बन गया साइन इनवर्स का। सो ये आपां थोड़ी मैनूपलेशन करनी पई कि इत्थे +1 तो -1 और इनू आपां हुण सैपरेट कर लीए इस इंटीग्रेशन नू। ठीक है, सो आ थोड़ा हो गया I1 तो प्लस इनू मैं सैपरेट करा, हाँ जी कितना आ गया, ब्रैकेट पा दिए एक आ तो एक आ। ठीक है, सो दिस गोज एज इंटीग्रेशन ऑफ हाँ जी 1 माइनस टी स्क्वायर बाय अंडर रूट, हाँ जी ये आ जाएगा ऊपर जाके 1 माइनस टी स्क्वायर ते डी टी माइनस आ ये नीचे टी आऊगा 1 के नीचे आऊगा तो आ थोड़े को आ गया 1 अपॉन अंडर रूट ऑफ 1 माइनस टी स्क्वायर ते डी टी। सो I1 I2 तो I3, आई गैस I1 असी सबसटीट्यूशन कर लाँगे। ठीक है, इनू पुट करो उपर उसका डेरीवेटिव, आ स्टैंडर्ड फॉर्मूला तो आ भी थोड़ा स्टैंडर्ड फॉर्मूला इनवर्स का। सो आ तुसी तिन्ने ही लिख लो, I1 इनू मैं पुट करना I2 तो इनू I3। हुण आपां करना की है I1 I2 I3 कढ़ के ये वैल्यू पुट कर देनी है। सो लैट मी जस्ट सॉल्व देयर I1 I2 I3 की वैल्यू कढ़ के ये थोड़ा बेटे सैकेंड मैथड हो गया। सो ये वास्ते सो इनू मैं लिख ला, लेट्स से दिस इज I1, ठीक है, प्लस I2 माइनस I3, दिस इज इक्वेशन नंबर 1। सो हम I1 सॉल्व करते हैं, टी अपॉन अंडर रूट ऑफ 1 माइनस टी स्क्वायर डी टी, एंड सानू पता है बेटे एदा उपर डिफरेंसीएशन पई है। सो ये 1 माइनस टी स्क्वायर कुछ मान लो z, सो डी जेड इज -2t ते डी टी। सो टी डी टी चाहिए तो -2 नीचे ले जाएंगे तो यदी वैल्यू आ गई डी जेड बाय -2 एंड 1 बाय अंडर रूट ऑफ z। ये बेटे पावर फार्मूला बन गया z की पावर -1/2 डी जेड, हाँ जी -12, हाँ जी यदी वैल्यू +1 करांगे z की पावर 1/2 दैट इज़ अंडर रूट z बाय 1/2। सो यदा आंसर आ गया माइनस अंडर रूट ऑफ 1 माइनस टी स्क्वायर, आ तुहाडे को I1 आ गया। ठीक है, एंड I2 ते सीधा फॉर्मूला है, इफ यू रिमेंबर न्यूमीनेटर के अंदर अंडर रूट ऑफ हाँ जी a स्क्वायर माइनस x स्क्वायर dx, हाँ जी x/2 द सेम। ठीक है,
अंडर रूट ऑफ ए स्क्वायर माइनस एक्स स्क्वायर प्लस ए स्क्वायर बाय 2 हाँ जी ਇਹਦਾ ਰੈਸੀਪਰੋਕਲ ਦੀ ਇੰਟੀਗ੍ਰੇਸ਼ਨ ਸਾਈਨ ਇਨਵਰਸ x ਬਾਈ a ਪੁੱਤਰ a ਇਹਦਾ ਫਾਰਮੂਲਾ ਹੁੰਦਾ ਸੀ। ਸੋ ਹੁਣ ਇੱਥੇ ਇਹਦੀ ਵੈਲਿਊ 1 ਆ a ਦੀ। ਸੋ x ਦੀ ਬਜਾਏ ਇੱਥੇ t ਆ ਬੇਟੇ t ਬਾਈ 2 ਦ ਸੇਮ ਫੰਕਸ਼ਨ ठीक है प्लस ए स्क्वायर बाय 2 ए 1 है बेटे 1 बाय 2 ਇਹਦਾ ਰੈਸੀਪਰੋਕਲ साइन इनवर्स t आ बेटे थोड़े को i2 आ गया तो i3 कितना है i3 तो डायरेक्ट ही है साइन इनवर्स t ठीक है। सो आ थोड़ा i1 i2 ਤੇ i3 ਇਹ ਤੁਸੀਂ ਇਹ 'ਚ ਸਬਸਟੀਟਿਊਟ ਕਰ ਦਿਓ प्लस c ਇਹ ਤੁਹਾਡੇ ਕੋਲ ਸੈਕਿੰਡ ਮੈਥਡ ਇਹਦਾ ठीक है। आई होप दिस क्वेश्चन इज़ क्लीयर। सो जे तुसी ट्रिग्नोमैट्री च ले जाना चाहते हो तो तुसी पहले वाला जे अलजैब्रिक च तो अलजैब्रिक च मैनिपुलेशन थोड़ी बहुत पता होनी चाहिए कि नीचे टी स्क्वायर है उपर टी है तो डेरीवेटिव है नीचे टी स्क्वायर है उपर भी टी स्क्वायर है तो +1 -1 ठीक है। तो जिदा हुण चलो नाल ही मैं एक जिवें आह सवाल मैं सपोज करो आ क्वेश्चन होवे टी स्क्वायर +1 लेट्स से टी जे ते टी डी टी हुंदा फिर इहनूं सबस्टिट्यूट कर दिंदे है ना क्योंकि ਇਹਦਾ ਡੈਰੀਵੇਟਿਵ ਸੀ। ਜੇ ਮੰਨ ਲਓ टी स्क्वायर ਹੁੰਦਾ तो ठीक है +1 कर ਦਿਓ ਤੇ -1 ठीक क्योंकि ਇਹਦੇ ਨਾਲ क्लब करांगे पहले वाले ना इन्हां दोनों ना तो आ जाएगा अंडर रूट ऑफ टी स्क्वायर +1 dt हाँ और 1 ਦੇ नीचे ले जावांगे तो आ जाएगा। हुण आ दोनों इंटीग्रेशन नोन है। सो आ जे टी स्क्वायर +1 होवे या 1 - टी स्क्वायर होवे ये तुसीं इदां बेसिक मैनिपुलेशन प्लस माइनस करके भी सॉल्व कर सकते हो ठीक है।